ਕੱਲ ਦੋਸਤੋ ਜਿੱਦਾਂ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਕਿਸਾਨੀ ਸੰਘਰਸ਼ ਹੈ ਉਹ ਬਹੁਤ ਤੇਜ਼ ਹੈ। ਆਖਰੀ ਸਮੇਂ 'ਤੇ ਨੇ ਜਥੇ ਦਿੱਲੀ ਵੱਲ ਜਾ ਵੀ ਰਹੇ ਨੇ, ਕੁਝ ਜਥੇ ਦਿੱਲੀ ਤੋਂ ਆ ਵੀ ਰਹੇ ਨੇ। ਸੋ ਇੱਕ ਜਥਾ ਹੈ ਦਿੱਲੀ ਤੋਂ ਵਾਪਸ ਆ ਰਿਹਾ ਸੀ, ਅਸੀਂ ਉਹਨਾਂ ਨੂੰ ਰੋਕਿਆ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੇ ਦਿਨ ਲਾ ਕੇ ਆਏ ਨੇ, ਕਿੱਥੋਂ ਆਏ ਨੇ ਅਤੇ ਵਾਪਸ ਕਿੱਥੇ ਜਾਣਾ ਇਹਨਾਂ ਨੇ। ਸਾਡੇ ਨਾਲ ਬਾਈ ਜੀ ਮੌਜੂਦ ਨੇ। ਬਾਈ ਜੀ ਕਿੱਥੋਂ ਆਏ ਹੋ ਤੁਸੀਂ? ਰਾਜਸਥਾਨ ਤੋਂ, ਚੱਕ 12 ML ਤੋਂ। ਚੱਕ 12 ਕੀ ਨਾਮ ਹੈ ਜੀ? ਕਾਕਾ ਹਰਜਿੰਦਰ ਸਿੰਘ ਸੰਧੂ। ਸੰਧੂ ਸਾਹਿਬ ਦਿੱਲੀ ਤੋਂ ਆਏ ਹੋ ਤੁਸੀਂ ਹੁਣ? ਹਾਂਜੀ, ਦਿੱਲੀ ਤੋਂ। ਕਿੰਨੇ ਦਿਨ ਲਾ ਆਏ ਦਿੱਲੀ? 4 ਦਿਨ ਲਾ ਕੇ ਆਏ। 4 ਦਿਨ। ਕੀ ਮਾਹੌਲ ਸੀ? ਤੁਸੀਂ ਦਿੱਲੀ ਗਏ ਹੋ, ਕੀ ਕੁਛ ਤੁਸੀਂ ਆਪਦੇ ਨਾਲ ਯਾਦਾਂ ਲੈ ਕੇ ਆਏ ਹੋ? ਬਹੁਤ ਹੀ ਵਧੀਆ ਉਤਸ਼ਾਹ ਨਾਲ ਲੋਕ ਉੱਥੇ ਇਕੱਠ ਹੈ ਲੋਕਾਂ ਦਾ। ਲੋਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਜੋਸ਼ ਹੈ ਔਰ ਬਹੁਤ ਹੀ ਜ਼ਿਆਦਾ ਆਕਰੋਸ਼ ਹੈ ਇਹਨਾਂ ਤਿੰਨਾਂ ਕਾਲੇ ਕਾਨੂੰਨਾਂ ਵਾਸਤੇ। ਕੀ ਲੱਗਦਾ ਜੀ ਜਿਹੜੀ ਮੋਦੀ ਸਰਕਾਰ ਹੈ ਆਪ ਦੇ ਫੈਸਲੇ 'ਤੇ ਡਟੀ ਹੋਈ ਹੈ, ਹਾਲਾਂਕਿ ਥੋੜ੍ਹੀ ਬਹੁਤ ਝੁਕੀ ਹੈ, ਕਹਿੰਦੇ ਆ ਵੀ ਸ਼ੋਧ ਕਰਨ ਨੂੰ ਤਿਆਰ ਹੈ, ਕੀ ਲੱਗਦਾ ਤੁਹਾਨੂੰ ਕਿਸਾਨ ਹੈ ਜਿਹੜੇ ਸ਼ੋਧ 'ਤੇ ਮੰਨਣਗੇ ਜਾਂ ਬਿੱਲ ਹੈ ਜਿਹੜੇ ਵਾਪਸ ਹੀ ਕਰਾਉਣਗੇ? ਨਹੀਂ ਜੀ, ਕਿਸਾਨ ਤਾਂ ਇਹੀ ਚਾਹੁੰਦੇ ਆ ਵੀ ਬਿਲਕੁਲ ਬਿੱਲ ਤਿੰਨੇ ਵਾਪਸ ਹੀ ਹੋਣੇ ਚਾਹੀਦੇ। ਸੋਧ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੈ। ਅੱਛਾ, ਤੁਸੀਂ ਰਾਜਸਥਾਨ ਤੋਂ ਆਏ ਹੋ ਜੀ। ਰਾਜਸਥਾਨ ਤੋਂ ਜਿਹੜੀਆਂ ਸੰਗਤਾਂ ਨੇ ਬਹੁਤ ਘੱਟ ਜਾ ਰਹੀਆਂ ਨੇ, ਉਸ ਦਾ ਕੀ ਕਾਰਨ ਮੰਨਦੇ ਹੋ? ਨਹੀਂ ਜੀ, ਰਾਜਸਥਾਨ ਤੋਂ ਲੋਕ ਜਾ ਰਹੇ ਹੈ, ਆ ਰਹੇ ਹੈ। ਹੁਣ 26 ਤਰੀਕ ਤੋਂ ਜਿਹੜਾ ਜੈਪੁਰ ਸਾਈਡ ਹੈ ਉੱਥੋਂ 2 ਲੱਖ ਲੋਕਾਂ ਦਾ ਜਥਾ ਉਸ ਬਾਰਡਰ ਤੇ ਦਿੱਲੀ ਪਹੁੰਚ ਰਿਹਾ। ਬਾਈ ਜੀ ਕੀ ਨਾਮ ਹੈ ਤੁਹਾਡਾ, ਕਿੱਥੋਂ ਆਏ ਹੋ? ਮੇਰਾ ਤੇਜ ਪ੍ਰਤਾਪ ਸਿੰਘ ਸੰਧੂ ਨਾਂ ਹੈ, ਗੰਗਾਨਗਰ ਤੋਂ ਆਏ ਹਾਂ ਅਸੀਂ। ਗੰਗਾਨਗਰ ਤੋਂ। ਸੰਧੂ ਸਾਹਿਬ ਕਿੰਨੇ ਦਿਨ ਹੋ ਗਏ, ਤੁਸੀਂ ਕਿੰਨੇ ਦਿਨ ਲਾਏ ਦਿੱਲੀ? ਸਾਨੂੰ 4 ਦਿਨ ਹੋ ਗਏ। ਅਸੀਂ ਲੈ ਕੇ ਗਏ ਸੀਗੇ ਕੰਬਲ, ਰਜਾਈਆਂ, ਗੱਦੇ ਵਗੈਰਾ, ਟੈਂਟ ਲੈ ਕੇ ਗਏ ਸੀਗੇ। ਸਾਡੇ ਬਹੁਤ ਸਾਰੇ ਲੋਕ ਉੱਥੇ ਪਹੁੰਚੇ ਸੀ। ਕਈਆਂ ਨੂੰ ਆਪਾਂ ਵੀ ਇਹ ਸਾਜੋ ਸਮਾਨ ਦੇਣ ਗਏ ਵੀ ਉਹਨਾਂ ਨੂੰ ਠੰਡ ਵਧੀ ਜਾਂਦੀ ਹੈ ਬਹੁਤ, ਵੀ ਕੋਈ ਦਿੱਕਤ ਨਾ ਆਵੇ। ਬਾਕੀ ਉੱਥੇ ਜਾ ਕੇ ਵੇਖਿਆ, ਉੱਥੇ ਤਾਂ ਅਸੀਂ ਭਾਵੇਂ ਨਾ ਵੀ ਲੈ ਕੇ ਜਾਂਦੇ ਵੀ ਪ੍ਰਮਾਤਮਾ ਦੀ ਇੰਨੀ ਮਿਹਰ ਆ। ਬਹੁਤ ਸਮਾਨ ਪੰਜਾਬ, ਰਾਜਸਥਾਨ, ਹਰਿਆਣਾ, ਯੂਪੀ। ਹੁਣ ਤਾਂ ਕੱਲ੍ਹ ਅਸੀਂ ਸਿੰਘੂ ਬਾਰਡਰ 'ਤੇ ਸਟੇਜ 'ਤੇ ਸੀਗੇ ਅਤੇ ਤਮਿਲਨਾਡੂ, ਗੁਜਰਾਤ ਤੋਂ ਵੀ ਜਿਹੜੇ ਕਿਸਾਨ ਜਿਹੜੇ ਉਹ ਆਏ ਹੋਏ ਸੀਗੇ ਉੱਥੇ। ਸੰਧੂ ਸਾਹਿਬ ਜਿਹੜੀ ਬੀਜੇਪੀ ਹੈ ਪ੍ਰੋਪੋਗੰਡਾ ਕਰ ਰਹੀ ਹੈ, ਬੀਜੇਪੀ ਹਰਿਆਣਾ ਨੇ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਨੂੰ ਲੜਾਉਣ ਵਾਸਤੇ ਹਰਿਆਣਾ ਬੀਜੇਪੀ ਇੱਕ ਦਿਨ ਦੀ ਭੁੱਖ ਹੜਤਾਲ 'ਤੇ ਬੈਠੀ ਵੀ ਸਾਨੂੰ SYL ਦਾ ਜਿਹੜਾ ਪਾਣੀ ਹੈ ਉਹ ਦਿੱਤਾ ਜਾਵੇ, ਇਹਨਾਂ ਨੂੰ ਆਪਸ ਦੇ ਲੜੋ। ਕਿਵੇਂ ਸਮਝਦੇ ਹੋ, ਕੀ ਦੇਖਦੇ ਹੋ ਵੀ ਜਿਹੜੇ ਪ੍ਰੋਪੋਗੰਡਾ ਇਹਨਾਂ ਦਾ ਪਾਸ ਹੋਣਗੇ ਇਹਨਾਂ 'ਚ, ਜਾਂ ਇਹ ਪ੍ਰੋਪੋਗੰਡਾ ਦਾ ਕੋਈ ਫਾਇਦਾ ਨਹੀਂ? ਇਹ ਜਿੱਦਣ ਤੋਂ ਇਹ ਸ਼ੁਰੂ ਹੋਈ ਹੈ ਐਜੀਟੇਸ਼ਨ, ਇਹ ਪ੍ਰੋਪਗੈਂਡਾ ਤਾਂ ਉਦੋਂ ਤੋਂ ਹੀ ਕਰੀ ਜਾਂਦੇ ਆ ਬਈ। ਜਦੋਂ ਹਰਿਆਣਾ 'ਚ ਐਂਟਰ ਕੀਤੇ ਵੀ ਇਹ ਅੱਤਵਾਦੀ ਹੈ, ਇਹ ਖਾਲਿਸਤਾਨੀ ਹੈ, ਇਹ ਪ੍ਰੋਪਗੈਂਡਾ ਇਹਨਾਂ ਦਾ। ਇਹ ਕੋਈ ਨਾ ਕੋਈ ਨਵਾਂ ਸ਼ੁਰੂ ਕਰਦੇ ਆ ਅਤੇ ਉਹ ਦਿਹਾੜੀ ਨਹੀਂ ਕੱਢਦਾ, ਉਹ ਖਤਮ ਹੋ ਜਾਂਦਾ। ਫਿਰ ਇਹਨਾਂ ਨੂੰ ਫਿਰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ, ਫਿਰ ਹੋਰ ਕੋਈ ਕਰਦਾ। ਇਹਨਾਂ ਕਿਸੇ ਚੀਜ਼ ਦਾ ਕੋਈ ਫਰਕ ਹੀ ਨਹੀਂ ਪੈਣਾ। ਇਹਨਾਂ ਕਿਸੇ ਚੀਜ਼ ਦਾ ਕੋਈ ਫਰਕ ਨਹੀਂ ਪੈਣਾ। ਇਹ ਜਦੋਂ ਤੱਕ ਇਹ ਆਪਣੇ ਕਾਨੂੰਨ ਵਾਪਸ ਨਾ ਲੈਣਗੇ, ਇਹ ਉਦੋਂ ਤੱਕ ਇਹਨਾਂ ਦਾ ਖਹਿੜਾ ਨਹੀਂ ਛੁੱਟਣਾ। ਕਿਉਂਕਿ ਉੱਥੇ ਜਿੰਨੇ ਵੀ ਸਾਡੇ ਵੀਰ ਭਰਾ, ਭੈਣਾਂ, ਮਾਵਾਂ ਬੈਠੀਆਂ ਇੰਨੇ ਹੌਸਲੇ 'ਚ ਹੈ ਬਈ, ਇਹਨਾਂ ਨੂੰ ਇਹ ਉਮੀਦ ਨਹੀਂ ਹੋਣੀ ਵੀ ਇਹ ਇੰਨਾ ਲੰਮਾ ਚੱਲ ਜਾਊਗਾ। ਕਈ ਕਹਿੰਦੇ ਸਾਡੇ ਕੋਲ 6 ਮਹੀਨੇ ਦਾ ਰਾਸ਼ਨ ਹੈ, ਕਈ ਸਾਲ ਦਾ, ਪਰ ਅਸੀਂ ਤਾਂ ਕਹਿੰਦੇ ਹਾਂ ਵੀ, ਕਈ ਕਹਿੰਦੇ ਵੀ ਰਾਸ਼ਨ ਦੇ ਪਿੱਛੋਂ ਅਸੀਂ ਤੁਹਾਨੂੰ ਭੇਜੀ ਜਾਣਾ ਅਤੇ ਤੁਸੀਂ ਕਰਵਾ ਕੇ ਹੀ ਮੁੜਨਾ ਹੈ। ਰਾਸ਼ਨ ਦੀ ਉੱਥੇ ਰਹਿਣ ਵਾਲੀ ਕੋਈ ਦਿੱਕਤ ਨਹੀਂ, ਬੜਾ ਚੜ੍ਹਦੀ ਕਲਾ 'ਚ ਸਾਰੇ ਲੋਕ ਜਿੰਨੇ ਲੋਕ ਉੱਥੇ ਗਏ। ਜਿੱਦੇ ਤੋਂ ਬਾਈ ਜੀ ਜਿੱਦਾਂ ਤੁਸੀਂ ਗੱਲ ਕੀਤੀ ਸ਼ੁਰੂ ਹੋਇਆ, ਜਦੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਤਾਂ ਸਰਕਾਰਾਂ ਕਹਿੰਦੀਆਂ ਸੀ ਇਹ ਕਾਂਗਰਸੀ ਨੇ, ਫਿਰ ਹੌਲੀ ਹੌਲੀ ਖਾਲਿਸਤਾਨੀ 'ਤੇ ਆ ਗਏ। ਫਿਰ ਹਰਿਆਣਾ ਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਡੱਕਿਆ ਹਰਿਆਣਾ ਦੇ ਬਾਰਡਰਾਂ 'ਤੇ, ਉਹ ਸਫਲ ਨਹੀਂ ਹੋਏ। ਕਿ ਅਸੀਂ ਗੱਲ ਕਰ ਰਹੇ ਸੀਗੇ ਕਿ ਇਹਨਾਂ ਨੇ ਸਰਕਾਰਾਂ ਨੇ ਡੱਕਿਆ ਇੱਥੇ, ਉਹ ਨਹੀਂ ਕਾਮਯਾਬ ਹੋਏ। ਹੁਣ ਉਹ ਕਹਿਣ ਲੱਗ ਗਏ ਕਿ ਜੀ ਚਲੋ ਠੀਕ ਹੈ ਉਹ ਕਿਸਾਨ ਨੇ, ਪਰ ਉਹਨਾਂ ਦਾ 30% ਲੋਕ ਕਿਸਾਨ ਨੇ, 70% ਲੋਕਾਂ ਦਾ ਸਾਨੂੰ ਨਹੀਂ ਪਤਾ ਕੌਣ ਹੈ। ਕਿਵੇਂ ਵੇਖਦੇ ਹੋ ਇਸ ਚੀਜ਼ ਨੂੰ? ਉਹਨਾਂ ਨੂੰ ਸਾਰਾ ਹੀ ਪਤਾ ਹੈ ਵੀ ਕੌਣ ਹੈ ਉੱਥੇ, ਇਹ ਤਾਂ ਉਹਨਾਂ ਨੂੰ ਹੈ ਨਹੀਂ। ਉਹਨਾਂ ਨੂੰ ਇਹ ਕਿਵੇਂ ਪਤਾ ਵੀ ਇਹ 30% ਅਤੇ 70% ਦੂਜੇ ਕੌਣ ਆ ਉਹਨਾਂ ਨੂੰ ਪੁੱਛਣ ਵਾਲਾ ਹੋਵੇ? ਐਡਾ ਕਿਹੜਾ ਵਿਹਲਾ ਹੈ ਵੀ ਜਿਹੜਾ ਆਪਣਾ ਘਰ ਛੱਡ ਕੇ ਵੀ ਉੱਥੇ ਜਾ ਕੇ ਬਹਿ ਜਾਊਗਾ? ਇਹ ਤਾਂ ਜਿਹੜੇ ਅਫੈਕਟਡ ਲੋਕ ਆ, ਜਿਨ੍ਹਾਂ ਦੇ ਉੱਤੇ ਇਸ ਕਾਨੂੰਨ ਦੀ ਮਾਰ ਵੱਜਦੀ ਹੈ ਅਤੇ ਉਹਨਾਂ ਨੂੰ ਲੱਗਦਾ ਵੀ ਆਉਣ ਵਾਲੇ ਸਾਡੇ ਜਿਹੜਾ ਅਗਲੀਆਂ ਸਾਡੀਆਂ ਜਨਰੇਸ਼ਨ ਹੈ, ਅਗਲੀਆਂ ਪੁਸ਼ਤਾਂ ਜਿਹੜੀਆਂ, ਉਹਨਾਂ ਉੱਤੇ ਬਹੁਤ ਨੁਕਸਾਨਦਾਇਕ ਆ, ਉਹ ਇਹ ਕਰ ਰਹੀਆਂ। ਕਿਸੇ ਕੋਲ ਐਡਾ ਵਿਹਲਾ ਹੈਗਾ ਕੋਈ? ਆ ਬਾਈ ਜੀ ਹੁਣ ਇੱਥੇ ਖੜ੍ਹੇ ਆ ਬਈ, ਇਹ
ਵੀ ਆਪਾਂ ਕਹੀਏ ਵੀ ਉਵੇਂ ਹੀ ਆਪਾਂ ਜਾ ਕੇ ਉੱਥੇ ਬਹਿ ਜਾਈਏ। ਜਦੋਂ ਕਿਸੇ ਦਾ ਕੋਈ ਜਿਹਨੂੰ ਪੀੜ ਹੈ ਉਹੀ ਜਾਊਗਾ। ਐਡਾ ਤੇ ਕੋਈ ਵਿਹਲਾ ਹੈ ਨਹੀਂਗਾ, ਹਰੇਕ ਬੰਦੇ ਨੇ ਆਪਣਾ ਘਰ ਚਲਾਉਣਾ ਹੁੰਦਾ। ਐਡਾ ਵਿਹਲਾ ਕੋਈ ਨਹੀਂ ਵੀ ਉੱਥੇ 70% ਉੱਥੇ ਜੋ ਗਿਆ ਉਹ ਪਿਓਰਲੀ ਜਿਹੜਾ ਕਿਸਾਨ ਹੈ। ਔਰ ਇਹ ਐਤਕੀ ਇੱਕ ਹੋਰ ਬਹੁਤ ਜਿਹੜੀ ਵਧੀਆ ਗੱਲ ਹੋਈ, ਜਿਹੜਾ ਪ੍ਰਮਾਤਮਾ ਨੇ ਬਹੁਤ ਵਧੀਆ ਕੀਤਾ ਵੀ ਜਿਹੜਾ ਪਿਛਲੇ ਕਹਿ ਲਓ ਵੀ 45 ਸਾਲਾਂ ਤੋਂ ਜਿਹੜੇ ਦੋ ਭਰਾ ਅੱਡ ਹੋਏ ਸੀਗੇ, ਇਹ ਮੋਦੀ ਦੇ ਇਸ ਕਾਲੇ ਕਾਨੂੰਨ ਜਿਹੜੇ 3 ਲਿਆਂਦੇ, ਇਹਨੇ ਉਹ 2 ਵੀ ਇਕੱਠੇ ਕਰਤੇ ਵੀ ਪੰਜਾਬ ਹਰਿਆਣਾ ਜਿਹੜਾ ਅੱਡ ਹੋਇਆ ਸੀ, ਇਹਨਾਂ ਦੀ ਇਸ ਨੀਤੀਆਂ ਕਰਕੇ ਇਹ 2 ਭਰਾ ਵੀ ਜਿਹੜੇ ਉੱਥੇ ਆਪਾਂ ਦਿੱਲੀ ਜਾਂਦੇ ਹਾਂ, ਦਿੱਲੀ ਤੇ ਹਾਲੇ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੁੰਦੀ ਵੀ SYL ਦੇ ਪਾਣੀ ਦੀ। ਇਹ ਇੱਧਰ ਉੱਧਰ ਐਵੇਂ ਆਪਣਾ ਇਲੈਕਟ੍ਰੋਨਿਕ ਮੀਡੀਆ ਜਿਹੜਾ ਉਹ ਕਦੇ ਉਹ ਵੀ ਫਲਾਣੀ ਥਾਂ ਲਾ ਦਿਓ, ਉੱਥੇ 4 ਬੰਦਿਆਂ ਨੂੰ ਇਕੱਠੇ ਕਰਕੇ ਉਹ SYL ਦੇ ਫਰੀਦਾਬਾਦ ਉਹਨਾਂ ਨੇ ਇੱਕ ਐਜੀਟੇਸ਼ਨ ਕੀਤੀ। ਉੱਥੇ ਲੇਡੀਜ਼ ਬੈਠੀਆਂ ਸੀਗੀਆਂ, ਉਹਨਾਂ ਨੂੰ ਕਈ ਰਿਪੋਰਟਰਸ ਨੇ ਪੁੱਛਿਆ ਵੀ ਤੁਸੀਂ ਇਹਦੇ ਕਾਹਦੇ ਲਈ ਆਈਆਂ। ਉਹ ਕਹਿੰਦੇ ਵੀ ਘਰ ਦਾ ਜਿਹੜਾ ਪਾਣੀ ਹੈ ਨਾ, ਸਾਡੇ ਘਰੇ ਪਾਣੀ ਨਹੀਂ ਆਉਂਦਾ ਤੇ ਸਾਡੇ ਘਰੇ ਬਿੱਲ ਤੇ 400 ਰੁਪਇਆ ਲੈ ਜਾਂਦੇ SYL ਦਾ, ਸਾਨੂੰ ਪਾਣੀ ਨਹੀਂ ਦਿੰਦੇ। ਉਹਨਾਂ ਨੂੰ ਪਤਾ ਹੀ ਨਹੀਂ, ਐਵੇਂ ਇਕੱਠੇ ਕਰਕੇ ਲਈ ਜਾਂਦੇ ਆ ਵੀ ਇਹਨਾਂ ਨੂੰ ਲੈ ਜਾਓ, ਇਹਨਾਂ ਨੂੰ। ਉਹਨਾਂ ਕੋਲ ਅਸਲੀ ਬੰਦਾ ਨਹੀਂ ਹੈ। ਉਹਨਾਂ ਕੋਲ ਜਿਹੜੇ ਹੈ ਉਹਨਾਂ ਦੀ ਜਿਹੜੀਆਂ ਐਜੀਟੇਸ਼ਨਾਂ ਕਰਾਉਂਦੇ ਆ, ਉਹਨਾਂ ਕੋਲ ਅਸਲੀ ਬੰਦਾ ਨਹੀਂ ਹੈ। ਉਹਨਾਂ ਕੋਲ ਉਹ ਬੰਦੇ ਆ ਜਿਹਦੇ ਵੀ ਟਰੈਕਟਰ 'ਚ ਤੇਲ ਪਵਾਤਾ, ਯਾਰ ਤੂੰ ਝੰਡਾ ਲਾ ਕੇ ਮਾੜਾ ਜਿਹਾ ਡੱਬ ਵਾਲੀ ਇੱਥੇ ਗੇੜਾ ਕੱਢਿਆ ਤੇ ਇੱਥੇ ਕੱਢਿਆ ਵੀ ਨਹੀਂ ਜੀ ਅਸੀਂ ਤਾਂ BJP ਦੇ ਨਾਲ ਹੈ। ਅਸਲ 'ਚ ਜਿਹੜਾ ਬਿਲਕੁਲ ਪਿਓਰ ਜਿਹੜਾ ਕਿਸਾਨ ਹੈ ਔਰ ਕਿਸਾਨ ਹਮਾਇਤੀ ਜੋ ਬੰਦੇ ਆ ਉਹ ਉੱਥੇ ਹੈ। ਤੁਸੀਂ ਕਹਿ ਰਹੇ ਹੋ ਜਿਵੇਂ ਵੀ ਬਹੁਤ ਸਾਰੀਆਂ ਔਕੜਾਂ ਹਾਲੇ ਵੀ UP ਦੇ ਵਿੱਚ BJP ਗਵਰਨਮੈਂਟ ਹੈ, ਤੇ ਜਿਹੜੇ ਪਿੱਛੋਂ ਦੂਰੋਂ ਰਾਮਪੁਰ ਰੁਦਰਪੁਰ ਵਾਲੇ ਬੰਨਿਓ ਜਿਹੜੇ ਕਿਸਾਨ ਆਉਣਾ ਚਾਹੁੰਦੇ, ਜਿਹੜਾ ਕੋਈ ਦਿਹਾੜੀ ਦਾ ਸਫ਼ਰ ਹੈ, ਉਹਨਾਂ ਨੂੰ 2-2 ਦਿਨ ਲੱਗੀ ਜਾਂਦੇ, 3-3 ਦਿਨ, ਬੜੀ ਮੁਸ਼ਕਿਲ ਨਾਲ ਪਹੁੰਚ ਰਹੇ ਆ ਉਹ ਦਿੱਲੀ। ਮੈਂ ਇਹ ਤੁਹਾਨੂੰ ਪੁੱਛਣ ਲੱਗਾ ਸੀਗਾ, ਅੱਜ ਇੱਕ ਵੀਡੀਓ ਵਾਇਰਲ ਹੋਈ ਹੈ, ਜਿਹੜੇ ਲੋਕ UP ਤੋਂ ਕਿਸਾਨ ਵੀਰ ਆ ਰਹੇ ਸੀਗੇ, ਉਹਨਾਂ ਨੂੰ ਉਹਨਾਂ ਨੇ ਡੱਕ ਕੇ ਲਾਠੀ ਚਾਰਜ ਕੀਤਾ, ਡੱਕ ਕੇ ਵਾਪਸ ਲੈ ਗਏ ਉਹਨਾਂ ਨੂੰ। ਕਿਵੇਂ ਦੇਖਦੇ ਹੋ ਸਰਕਾਰ ਦਾ ਰਵੱਈਆ ਜਿਹੜਾ ਉਹ ਹਜੇ ਵੀ ਘਟ ਨਹੀਂ ਰਿਹਾ? ਸਰਕਾਰ ਦਾ ਰਵੱਈਆ ਸ਼ੁਰੂ ਤੋਂ ਹੀ ਦਮਨਕਾਰੀ ਰਿਹਾ ਬਈ ਜਿੰਨਾ ਡਿਸਪਲਿਨ ਦੇ ਵਿੱਚ ਰਹਿ ਕੇ ਇਹ ਐਜੀਟੇਸ਼ਨ ਹੋਈ ਹੈ, ਇਹਦਾ ਦੁਨੀਆ 'ਤੇ ਤੁਹਾਨੂੰ ਕਿਤੇ ਦੂਜਾ ਉਦਾਹਰਨ ਨਹੀਂ ਮਿਲਣਾ। ਔਰ ਜੋ ਅਸੀਂ ਪਿਛਲੇ 4 ਦਿਨਾਂ ਦੇ ਵਿੱਚ ਉੱਥੇ ਵੀ ਵੇਖਿਆ, ਜਿੰਨਾ ਡਿਸਪਲਿਨ ਦੇ ਵਿੱਚ ਜਿਹੜਾ ਯੂਥ ਹੈ, ਜਿਹੜਾ ਨਵੇਂ ਨੌਜਵਾਨ ਹੈ, ਜਿੰਨੇ ਡਿਸਪਲਿਨ ਦੇ ਵਿੱਚ ਉਹ ਸਾਰੇ ਕੰਮ, ਤੁਸੀਂ ਉੱਥੇ ਕਿਤੇ ਜਾਮ ਨਹੀਂ ਲੱਗਦਾ, ਤੁਸੀਂ ਸਟੇਜ ਤੱਕ ਪਹੁੰਚਣਾ, ਤੁਹਾਡੀ ਗੱਡੀ ਆਰਾਮ ਨਾਲ ਉੱਥੋਂ ਤੱਕ ਪਹੁੰਚ ਜਾਂਦੀ ਹੈ, ਕਿਸੇ ਤਰੀਕੇ ਦੀ ਤੁਹਾਨੂੰ ਕੋਈ ਦਿੱਕਤ ਨਹੀਂ, ਕੋਈ ਉੱਥੇ ਲੜਾਈ ਝਗੜੇ ਵਾਲੀ ਗੱਲ ਨਹੀਂ। ਇੱਕ ਦੂਜੇ ਨੂੰ ਜੇ ਕੋਈ ਕਹਿੰਦਾ ਵੀ ਔਖਾ ਹੁੰਦਾ ਤੈਨੂੰ ਹੱਥ ਜੋੜ ਕੇ ਕਹਿੰਦੇ ਵੀ ਭਰਾ ਤੂੰ ਪਹਿਲਾਂ ਹੋ ਜਾ, ਕੋਈ ਗੱਲ ਨਹੀਂ ਅਸੀਂ ਕਰ ਲਾਂਗੇ। ਰਾਤ ਵੀ ਅਸੀਂ ਵੇਖਿਆ 12-12:30 ਵਜੇ ਤੱਕ ਜਿਹੜੀਆਂ ਉਸ ਇਲਾਕੇ ਦੀਆਂ ਲੇਡੀਜ਼ ਆ, ਮਾਵਾਂ ਭੈਣਾਂ ਸਾਡੀਆਂ, ਉਹ ਉੱਥੇ ਤੁਰੀਆਂ ਫਿਰਦੀਆਂ, ਉਹਨਾਂ ਨੂੰ ਬਿਲਕੁਲ ਕੋਈ ਇਹੋ ਜਿਹੀ ਗੱਲ ਨਹੀਂ। ਇਹ ਇੱਕ ਬੰਨੋਂ ਤੇ ਬਹੁਤ ਹੀ ਵਧੀਆ ਗੱਲ ਹੋਈ ਵੀ ਜੋ ਰੈਪੂਟੇਸ਼ਨ ਪੰਜਾਬੀਆਂ ਦੀ ਜਾਂ ਸਿੱਖਾਂ ਦੀ ਬਣੀ ਸੀਗੀ, ਉਹ ਜਿਹੜੀ ਮਾੜੀ ਬਣਾਈ ਗਈ ਸੀ, ਉਹ ਸਾਰੀ ਜਿਹੜੀ ਰੈਪੂਟੇਸ਼ਨ ਹੈ ਇਸ ਐਜੀਟੇਸ਼ਨ ਨੇ ਫਿਰ ਤੋਂ ਮਤਲਬ ਸਾਰੀ ਦੁਨੀਆ ਨੂੰ ਵਿਖਾਤਾ ਵੀ ਇਹ ਜਿਹੜੀ ਕੌਮ ਹੈ ਇਹ ਕਿਸੇ ਦਾ ਵਿਗਾੜ ਨਹੀਂ ਸਕਦੀ, ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ, ਇਹ ਕਿਸੇ ਦਾ ਮਾੜਾ ਨਹੀਂ ਕਰ ਸਕਦੀ। ਹੁਣ ਬਾਈ ਜੀ ਹਰਿਆਣੇ ਵਾਲੇ ਖੱਟਰ ਸਰਕਾਰ ਨੂੰ ਪੈਣ ਲੱਗ ਗਏ। ਇੱਕ ਉਹਨਾਂ ਦੇ ਪਾਣੀਪਤ ਕਰਨਾਲ ਤੋਂ MP ਆ, ਉਹਨਾਂ ਦੇ ਮੁੰਡੇ ਨੂੰ 2 ਦਿਨ ਹੋ ਗਏ ਘੇਰਿਆ, ਵਾਪਸ ਭੇਜਿਆ, ਉਹਨਾਂ ਦਾ ਕੋਈ ਪ੍ਰੋਗਰਾਮ ਸੀ। ਕੱਲ ਪਰਸੋਂ ਖੱਟਰ ਆਪ ਜਾ ਰਿਹਾ ਸੀ, ਲੋਕਾਂ ਨੇ ਉਹਨਾਂ ਦੇ ਗੱਡੀਆਂ ਤੇ ਡੰਡੇ ਵੀ ਮਾਰੇ, ਉਹਨਾਂ ਨੂੰ ਵਾਪਸ ਕਰਤਾ। ਦੇਖਦੇ ਹੋ ਵੀ ਜਿਹੜੇ BJP ਦੇ ਮਾੜੇ ਦਿਨ ਨੇ ਜਾਂ ਉਲਟੀ ਗਿਣਤੀ ਆਪਾਂ ਕਹੀਏ ਹੁਣ ਵੀ ਉਹ ਸ਼ੁਰੂ ਹੋ ਗਈ ਹੈ? ਸ਼ੁਰੂ ਹੁਣ ਇਹਨਾਂ ਨੇ ਆਪ ਹੀ ਕੀਤੀ ਹੈ। ਜੇ ਮੰਨ ਜਾਣ ਤੇ ਵੱਜ ਜਾਣਗੇ, ਕੋਈ 4 ਦਿਨ ਕੱਢ ਜਾਣਗੇ, ਤੇ ਜੇ ਐਂ ਹੀ ਰਿਹਾ ਤਾਂ ਫਿਰ ਮਾੜੀ ਗਿਣਤੀ ਤਾਂ ਸ਼ੁਰੂ ਹੋਏਗੀ। ਸਾਡੇ ਨਾਲ ਕੁਝ ਯੂਥ ਵੀ ਜੋ ਅੱਜ ਦਾ ਹੈ ਉਹ ਮੌਜੂਦ ਹੈ। ਬਾਈ ਜੀ ਤੁਸੀਂ ਵੀ ਇਹਨਾਂ ਦੇ ਨਾਲ ਗੰਗਾਨਗਰ ਤੋਂ ਆਏ ਹੋ? ਹਾਂਜੀ, ਗੰਗਾਨਗਰ ਤੋਂ ਆਏ। ਤਨਵੀਰ ਸਿੰਘ ਕਾਹਲੋਂ ਨਾਂ ਜੀ। ਅਸੀਂ IPU ਪੜ੍ਹਦਾ ਜੀ, ਮੈਂ ਇੰਜੀਨੀਅਰਿੰਗ ਕਰਦਾ। ਗੰਗਾਨਗਰੋਂ ਅਸੀਂ ਸਿੰਘੂ ਬਾਰਡਰ ਗਏ ਸੀਗੇ ਜੀ, ਫਿਰ ਟਿਕਰੀ ਤੇ ਹੁੰਦੇ ਸਾਰੇ ਰਾਹ 'ਚ ਵੇਖਦੇ ਆਂ ਜੀ, ਚੜ੍ਹਦੀ ਕਲਾ ਪੂਰੀ ਪੰਜਾਬੀਆਂ ਦੀ, ਹਰਿਆਣਵੀਆਂ ਦੀ, ਗੁਜਰਾਤੀ ਸਾਨੂੰ ਮਿਲੇ, ਤਮਿਲਨਾਡੂ ਤੋਂ ਲੋਕ ਆਏ ਉਹ ਵੀ ਸਾਨੂੰ ਮਿਲੇ। ਸਭ ਕਹਿੰਦੇ ਆ ਜੀ ਕਿ ਕਾਲੇ ਕਾਨੂੰਨ ਲੈ ਕੇ ਅਬੋਲਿਸ਼ ਕਰਾ ਕੇ ਜਾਵਾਂਗੇ, ਨਹੀਂ ਜਾਂਦੇ। ਬਾਈ ਜੀ ਮੈਂ ਪਰਸਨਲੀ ਤੌਰ 'ਤੇ ਇਹ ਮੰਨਦਾ ਜੋ ਅੱਜ ਦਾ ਯੂਥ ਹੈ, ਇਹ ਸਾਰਾ ਜੋ ਸੰਘਰਸ਼ ਜੋ ਸਾਡੀ ਘੋਲ ਹੈ ਉਹਦੀ ਖੜੀ ਕੀਤੀ ਹੋਈ ਹੈ, ਕਿਉਂਕਿ ਜੇ ਯੂਥ ਖੜਾ ਨਾ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਐਡੇ ਵੱਡੇ ਪੱਧਰ 'ਤੇ ਪਹੁੰਚਦੇ। ਤੁਸੀਂ ਕਿਵੇਂ ਵੇਖਦੇ ਹੋ ਇਸ ਨੂੰ? ਯੂਥ ਨੂੰ ਹਮੇਸ਼ਾ ਲੱਗਣਾ ਚਾਹੀਦਾ ਅੱਗੇ?
ਦੇਖੋ ਯੂਥ ਨੂੰ ਲੱਗਣਾ ਚਾਹੀਦਾ, ਪਰ ਯੂਥ ਨਾਲ ਇੱਕ ਡਾਇਰੈਕਸ਼ਨ ਚਾਹੀਦੀ ਆ। ਸਾਡੇ ਸੀਨੀਅਰ ਉੱਥੇ ਮੈਂ ਵੇਖਿਆ ਜੀ, ਬਾਬਾ ਜੀ ਬਹੁਤ ਬਜ਼ੁਰਗ 80-80 ਸਾਲਾਂ ਦੇ ਖੁੱਲੇ ਨਹਾਈ ਜਾਂਦੇ ਆ, ਚੜ੍ਹਦੀ ਕਲਾ ਵਧੀਆ ਲੰਗਰ ਵਰਤੀ ਜਾਂਦੇ 24 ਘੰਟੇ। ਰਾਤ ਨੂੰ ਅਸੀਂ 10 ਵਜੇ ਅਸੀਂ ਆਲਾ ਟੈਂਟ ਲਾ ਲੂ ਕੇ ਜਿਵੇਂ ਫ੍ਰੀ ਹੋਏ, ਉਦੋਂ ਵੀ ਸਾਨੂੰ ਵਧੀਆ ਲੰਗਰ ਮਿਲਦਾ ਸੀ, ਕੋਈ ਚੱਕਰ ਨਹੀਂਗਾ, ਕੋਈ ਪ੍ਰੋਬਲਮ ਨਹੀਂ ਆਈ ਸਾਨੂੰ। ਬਹੁਤ ਸੇਫ ਇਨਵਾਇਰਨਮੈਂਟ ਮੈਂ ਵੇਖਿਆ, ਲੇਡੀਜ਼ ਘੁੰਮ ਰਹੀਆਂ ਆ ਰਹੀਆਂ, ਲੋਕਲਾਈਟੀਜ਼ ਸੀਗੇ ਜਿਵੇਂ 40 ਤੋਂ 30% ਤਾਂ ਲੋਕਲ ਲੋਕ ਹੀ ਸੀ ਉੱਥੇ, ਹੈ ਨਾ, ਜਿਹੜੇ ਮਾਲ ਨਿਊਟ੍ਰੀਸ਼ਨ ਕਿਡਸ ਹੈ ਪਰ ਉਹਨਾਂ ਨੂੰ ਫੂਡ ਮਿਲ ਰਿਹਾ 3 ਟਾਈਮਸ ਡੇ, ਯੂ ਨੋ, ਤਾਂ ਉਹ ਬਹੁਤ ਵੱਡੀ ਗੱਲ ਹੈ। ਅਤੇ ਯੂਥ ਹੋਣਾ ਚਾਹੀਦਾ, ਪਰ ਸੀਨੀਅਰਸ ਦੀ ਜਿਹੜੀ ਐਕਸਪੀਰੀਅੰਸ ਕਹਿ ਲਓ, ਡਾਇਰੈਕਸ਼ਨ ਦੇਣ ਦਾ ਤਰੀਕਾ ਕਹਿ ਲਓ, ਉਹ ਬਹੁਤ ਜ਼ਰੂਰੀ ਹੈ ਜੀ। ਬਾਈ ਜੀ ਜਿਹੜੇ ਦਿੱਲੀ ਦੇ ਵਿੱਚ ਪੰਜਾਬ ਦੇ ਲੋਕਾਂ ਵਾਸਤੇ ਜਿਹੜਾ ਮਾਹੌਲ ਖੜਾ ਕੀਤਾ ਗਿਆ ਸੀ ਕਿ ਪੰਜਾਬ ਦੇ ਜਿਹੜੇ ਮੁੰਡੇ ਨੇ ਉਹ ਨਸ਼ੇੜੀ ਨੇ, ਪੰਜਾਬ ਦੇ ਮੁੰਡੇ ਕੁੜੀਆਂ ਮੰਨੀ ਗਲਤ ਨਿਗਾਹ ਰੱਖਦੇ ਨੇ, ਪਰ ਉੱਥੇ ਹੁਣ ਉਹ ਕੁੜੀਆਂ ਵੇਖਣ ਆਉਂਦੀਆਂ ਵੀ ਜਿਹੜੇ ਪੰਜਾਬ ਦੇ ਮੁੰਡਿਆਂ ਬਾਰੇ ਇਹ ਕਹਿੰਦੇ ਸੀ ਉਹ ਤਾਂ ਸਾਊ ਬੜੇ ਨੇ, ਚੰਗੇ ਬੜੇ ਨੇ। ਕਿਵੇਂ ਵੇਖਦੇ ਹੋ ਇਹ ਸਾਡੇ ਵਾਸਤੇ ਇੱਕ ਚੰਗੀ ਚੀਜ਼ ਹੋਈ ਹੈ, ਬਿੱਲ ਜਿਹੜੇ ਆਏ ਨੇ, ਸਾਡੀ ਅਸਲੀਅਤ ਲੋਕਾਂ ਦੇ ਸਾਹਮਣੇ ਆਈ ਹੈ? ਦੇਖੋ ਇਹ ਗਰਾਊਂਡ ਲੈਵਲ 'ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਸੀ ਕਿ ਕੀ ਹਾਲਾਤ ਹੈ। ਹਾਲਾਤ ਐ ਨਹੀਂ ਸੀਗੇ ਜੋ ਇਹਨਾਂ ਨੇ ਬੀਜੇਪੀ ਰਿਐਲਿਟੀ ਸੈੱਲ ਕਹਿ ਲਈਏ ਜਾਂ ਡਿਜੀਟਲ ਮੀਡੀਆ ਨੇ ਵੇਖੇ ਜਿਵੇਂ ਕਰਤੇ, ਹੈ ਨਾ। ਲੋਕ ਵੇਖਦੇ ਆ ਕਿ ਬਈ ਜੋ ਅਸੀਂ ਸੁਣਿਆ ਕੀਤਾ ਸੀ ਉਹ ਤਾਂ ਹੈ ਹੀ ਨਹੀਂ। ਬਹੁਤ ਹੀ ਵਧੀਆ ਮਾਹੌਲ, ਬਹੁਤ ਹੀ ਚੰਗੇ ਲੋਕ, ਇੰਨੇ ਫਰੈਂਡਲੀ ਲੋਕ। ਮੈਂ ਤਾਂ ਇੰਨਾ ਨਹੀਂ ਜਾਂਦਾ, ਹੈ ਨਾ, ਦਿੱਲੀ ਪੜ੍ਹਦਾ ਅਤੇ ਸਾਨੂੰ ਪਤਾ ਕਿ ਪੰਜਾਬੀਆਂ ਦੀ ਇੱਥੇ ਕੀ ਰੈਪੂਟੇਸ਼ਨ ਹੈ। ਲੋਕ ਹੈਰਾਨ ਹੋ ਜਾਂਦੇ ਆ ਕਿ ਬਈ ਵੇਖੋ ਕਿ ਇੱਥੇ ਵੀ ਇੰਨੇ ਸੰਸਕਾਰੀ ਕਹਿ ਲਓ, ਹੈ ਨਾ, ਜਿਵੇਂ ਇੰਥੂਸਿਆਸਟਿਕ ਕਹਿ ਲਓ, ਇੰਨੇ ਚੰਗੇ ਲੋਕ। ਅਤੇ ਸਾਨੂੰ ਨਹੀਂ ਐ ਜਮਾਂ ਫੀਲ ਨਹੀਂ ਹੋਇਆ ਜੀ। ਇੱਕ ਜਿਵੇਂ ਇੱਕ ਬਾਰ ਹੁੰਦਾ ਨਾ ਜੀ, ਉਹ ਪੰਜਾਬੀਆਂ ਨੇ ਹਾਈ ਸੈੱਟ ਕੀਤਾ, ਲੋ ਨਹੀਂ ਕੀਤਾ। ਹੋਰ ਵੀਰ ਨੇ ਸਾਡੇ ਨਾਲ। ਬਾਈ ਜੀ ਕੀ ਨਾਮ ਹੈ ਤੁਹਾਡਾ? ਹਾਂਜੀ, ਮੇਰਾ ਨਾਮ ਹੈ ਜੀ ਸਰਤਾਜ ਸਿੰਘ, ਮੈਂ ਪੜ੍ਹਦਾ ਜੀ ਅੰਮ੍ਰਿਤਸਰ ਮੈਡੀਕਲ ਕਾਲਜ 'ਚ ਜੀ, ਅਤੇ ਅਸੀਂ ਵੀ ਨਾਲ ਹੀ ਗਏ ਸੀ ਜੀ ਉੱਥੇ। ਅਤੇ MBBS ਕਰ ਰਹੇ ਹੋ? ਹਾਂਜੀ ਹਾਂਜੀ, ਚੌਥਾ ਸਾਲ ਮੁੱਕਣਾ। ਬਾਈ ਜੀ ਤੁਸੀਂ ਡਾਕਟਰੀ ਦੀ ਲਾਈਨ ਦੇ ਬੰਦੇ ਹੋ, ਕਿਸਾਨੀ ਨਾਲ ਜੁੜੇ ਹੋਏ ਹੋ, ਹਾਂਜੀ ਅੱਜ ਦੇ ਯੂਥ ਵੀ ਹੋ, ਕਿਵੇਂ ਦੇਖਦੇ ਹੋ ਜਿਹੜਾ ਇਹ ਸੰਘਰਸ਼ ਬਣ ਰਿਹਾ ਹੈ? ਹਾਂਜੀ BJP ਸਰਕਾਰ ਜਿਹੜੀ ਪ੍ਰੋਪੇਗੈਂਡਾ ਖੜਾ ਕਰ ਰਹੀ ਹੈ, ਹੈ ਨਾ, ਹਾਂਜੀ। ਯੂਥ ਕਿਵੇਂ ਦੇਖਦਾ ਉਹਨੂੰ? ਜੀ ਮੈਨੂੰ ਲੱਗਦਾ ਵੀ ਜਿਹੜੇ ਆਪਣੇ ਬਾਪੂ ਜੀ ਉੱਥੇ ਆ, ਹੌਸਲਾ ਉਹ ਬਣਦੇ ਯੂਥ ਦਾ, ਪਰ ਯੂਥ ਉਹਨਾਂ ਨੂੰ ਰਾਹ ਵਿਖਾਉਂਦਾ ਹੈ, ਕਿਉਂਕਿ ਯੂਥ ਹੈ ਜਿਹੜਾ ਸਭ ਤੋਂ ਜ਼ਿਆਦਾ ਟਵਿੱਟਰ ਤੋਂ ਲੈ ਕੇ ਇੰਸਟਾਗ੍ਰਾਮ ਤੱਕ ਕਨੈਕਟ ਰਹਿੰਦਾ। ਬਿਲਕੁਲ ਉਹ ਦੂਜੇ ਰਾਈਟ ਵਿੰਗ ਦੇ ਵੀ ਪ੍ਰੋਪੇਗੈਂਡਾ ਨੂੰ ਦੇਖਦਾ, ਉਹਨੂੰ ਖਤਮ ਵੀ ਕਰਦਾ, ਗਲਤ ਵੀ ਦੱਸਦਾ ਅਤੇ ਆਪਣੀ ਸਹੀ ਗੱਲ ਦੱਸਦਾ ਵੀ ਹੈ। ਤਾਂ ਰਾਹ ਇਸ ਸੰਘਰਸ਼ ਨੂੰ ਯੂਥ ਦੇ ਰਿਹਾ, ਅਤੇ ਰੱਬ ਕਰੇ ਵੀ ਸਾਰਿਆਂ ਦਾ ਹੀ ਮੁਕੰਮਲ ਹੋਵੇ ਆਪਣਾ ਅੰਦੋਲਨ। ਜਿਵੇਂ ਤੁਸੀਂ ਜਿਹੜਾ ਸਾਡਾ ਦਿੱਲੀ ਨਾਲ ਹੈ, ਹਰਿਆਣੇ ਦੀ ਜਿਹੜੀ ਪੁਲਿਸ ਸੀ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਨਹੀਂ ਰੁਕੇ। ਹਾਂਜੀ ਹੁਣ ਉੱਥੇ ਰੁਕੇ ਹੋਏ ਨੇ ਦਿੱਲੀ ਦੇ ਅਤੇ ਕੁਛ ਸਪੈਸ਼ਲ ਫੋਰਸਿਸ ਨੇ। ਹਾਂਜੀ ਕੀ ਲੱਗਦਾ ਤੁਹਾਨੂੰ ਕਿ ਜਿਹੜੇ ਕਿਸਾਨ ਬੈਠੇ ਹੋਏ ਨੇ ਉਹਨਾਂ ਨੂੰ ਅੱਗਾਂ ਨੂੰ ਵਧਣਾ ਚਾਹੀਦਾ ਹੈ ਜਾਂ ਉੱਥੇ ਬੈਠ ਕੇ ਹੀ ਹੱਲ ਹੋ ਜਾਊਗਾ? ਜੀ ਮੈਨੂੰ ਲੱਗਦਾ ਵੀ ਕਿਸਾਨਾਂ ਨੂੰ ਉਹ ਹਰੇਕ ਚੀਜ਼ ਕਰਨੀ ਚਾਹੀਦੀ ਹੈ ਜਿਹੜੇ ਉਹਨਾਂ ਦੇ ਆਗੂ ਆਉਣ ਵਾਲੇ ਟਾਈਮ ਦੇ ਹਿਸਾਬ ਨਾਲ ਕਹਿੰਦੇ ਜਾਣ, ਕਿਉਂਕਿ ਕਿਸਾਨ ਹਰੇਕ ਆਪਣੇ ਆਗੂ ਦੇ ਹੀ ਕਹਿਣ 'ਤੇ ਚੱਲ ਰਹੇ ਆ। ਆਗੂਆਂ ਦਾ ਕਿਸੇ ਦਾ ਵੀ ਜਾਂ ਇਕੱਲੇ ਕਿਸਾਨ ਦਾ, ਪਹਿਲੀ ਗੱਲ ਤਾਂ ਜੀ ਆਪਾਂ ਕਿਸਾਨ ਕਹਿਣਾ ਛੱਡੀਏ, ਆ ਕਿਸਾਨ ਅਤੇ ਮਜ਼ਦੂਰ ਦੋਨਾਂ ਦਾ ਅੰਦੋਲਨ, ਕਿਉਂਕਿ ਕਿਸਾਨ ਮਜ਼ਦੂਰ ਅਤੇ ਸਾਰਾ ਪੰਜਾਬ ਜੋ ਵੀ ਖੇਤੀ ਦੇ ਆਰੇ ਨਾਲ ਜੁੜਿਆ ਹੋਇਆ, ਆਹ ਹਰੇਕ ਬੰਦੇ ਦਾ ਅੰਦੋਲਨ ਹੈ। ਅਤੇ ਕੋਈ ਵੀ ਨਹੀਂ ਚਾਹੁੰਦਾ ਵੀ 28 ਤੋਂ 29ਵਾਂ ਦਿਨ ਹੋਵੇ, 29ਵਾਂ ਤੋਂ 30ਵਾਂ ਦਿਨ ਹੋਵੇ, ਕਿਉਂਕਿ ਸਰਕਾਰਾਂ ਨਾਲ ਗੱਲ ਕਰਦੇ ਪਏ ਵੀ ਅੱਜ ਹੀ ਇਹਦਾ ਮਸਲਾ ਸੁਲਝੇ। ਪਰ ਜੇ 29ਵੇਂ ਤੋਂ 30ਵਾਂ ਦਿਨ ਵੀ ਹੋਊਗਾ ਅਤੇ ਆਗੂ ਕਹਿਣਗੇ ਵੀ ਅੱਗੇ ਵੱਲ ਨੂੰ ਜਾਣਾ, ਤਾਂ ਮੈਨੂੰ ਲੱਗਦਾ ਕਿਸਾਨ ਉਵੇਂ ਹੀ ਕਰਨੇ ਚਾਹੀਦਾ ਅਤੇ ਉਵੇਂ ਹੀ ਕਰਨਾ ਚਾਹੀਦਾ, ਕਿਉਂਕਿ ਅਸੀਂ ਆਹ ਜਿਹੜੇ ਕਾਲੇ ਕਾਨੂੰਨ ਹੈ ਖਾਰਜ ਕਰਕੇ ਹੀ ਘਰ ਨੂੰ ਮੁੜਨਾ। ਬਾਈ ਜੀ ਕੀ ਨਾਮ ਹੈ ਤੁਹਾਡਾ? ਜੀ ਮੇਰਾ ਨਾਮ ਹੈ ਸੁਖਰੰਜਨ ਸਿੰਘ ਕਾਲੋਂ, ਮੈਂ ਵੀ ਸ਼੍ਰੀ ਗੰਗਾਨਗਰ ਤੋਂ ਹੀ ਹਾਂ। ਆਪਣੇ ਚਾਚਾ ਜੀ ਮਾਮਾ ਜੀ ਨਾਲ ਅਸੀਂ ਬਾਰਡਰ 'ਤੇ ਦੇਖ ਕੇ ਜਾ ਕੇ ਆਏ ਹਾਂ ਜੀ, 4 ਦਿਨ ਲਾ ਕੇ ਆਏ ਹਾਂ, ਅਤੇ ਮੈਂ ਗੰਗਾਨਗਰ ਲਾਅ ਕਰ ਰਿਹਾ ਜੀ। ਹਾਂਜੀ, ਲਾਅ ਕਰ ਰਹੇ ਹੋ ਤੁਸੀਂ, ਤਾਂ ਫਿਰ ਮਤਲਬ ਇਹ ਜਿਹੜੇ ਕਾਨੂੰਨ ਹੈ ਇਹਨਾਂ ਨੂੰ ਬਿਹਤਰ ਜਾਣਦੇ ਹੋਵੋਗੇ, ਪੜ੍ਹੇ ਆ ਕਾਨੂੰਨ? ਹਾਂਜੀ ਹਾਂਜੀ ਜੀ, ਜਿਵੇਂ ਜਦੋਂ ਡਰਾਫਟ ਆਇਆ ਸੀਗਾ ਮੈਂ ਉਦੋਂ ਹਫਤੇ ਦੇ ਵਿੱਚ 2-3 ਵਾਰੀ ਪੜ੍ਹਿਆ, ਪਰ ਜਦੋਂ ਮੈਂ ਪੜ੍ਹਿਆ ਮੈਨੂੰ ਇੰਨਾ ਇਹ ਮਜ਼ਾਕੀਆ ਲੱਗਿਆ ਕਿ ਮੈਨੂੰ ਐਂ ਲੱਗਿਆ ਵੀ ਲੋਕ ਇਹਨੂੰ ਕਿਵੇਂ ਮੰਨਣਗੇ। ਇਹ ਤਾਂ ਇੱਕ ਤਰ੍ਹਾਂ ਦੀ ਡੈਥ ਵਾਰੰਟ ਹੈ ਜੀ ਫਾਰਮਰਸ ਵਾਸਤੇ। ਇੰਨੀ ਜ਼ਿਆਦਾ ਮਤਲਬ ਫੋਰਸਫੁਲੀ ਕਾਰਪੋਰੇਟਸ ਨੂੰ ਸਹੂਲਤ ਦਿੱਤੀ ਜਾ ਰਹੀ ਹੈ, ਹੋਰ ਜਿਹੜੇ ਗਰੀਬ ਲੋਕ ਹੈ, ਜਿਹੜਾ ਸਾਡਾ ਗਰੀਬ ਕਿਸਾਨ ਹੈ, ਮਜ਼ਦੂਰ ਹੈ, ਉਸ ਤੋਂ ਰਾਈਟਸ ਲਏ ਜਾ ਰਹੇ ਹੈ। ਇਕੱਲਾ ਕਿਸਾਨ ਵਾਲੇ ਬਿੱਲ ਵੀ ਉਹਦੇ ਨਾਲ ਇੱਕ ਮਜ਼ਦੂਰ ਐਕਟ ਲੈ ਕੇ ਆਇਆ, ਲੇਬਰ ਲਾਅ 2020, ਉਹ ਵੀ ਪੂਰਾ ਮੈਂ ਕਹਿੰਦਾ ਜੀ ਦੇਸ਼ ਮਾਰੂ ਹੈ ਜੀ, ਉਹ ਗਰੀਬ ਮਾਰੂ ਹੈ। 8 ਘੰਟੇ ਤੋਂ 12 ਘੰਟੇ ਕਰਤੀ ਮਿਨੀਮਮ ਟਾਈਮ, ਅਤੇ ਕੋਈ ਵੀ ਤੁਸੀਂ ਕਦੀ ਹੜਤਾਲ ਕਰਨੀ ਹੈ ਤਾਂ 4 ਮਹੀਨੇ ਦਾ ਨੋਟਿਸ ਦੇਣਾ ਪਊਗਾ। ਉਹਦੇ 'ਚ ਐਵੇਂ ਹੈ ਇਹ ਜੀ ਮਜ਼ਦੂਰ ਜਿਹੜੇ ਕਿਸਾਨੀ ਬਿੱਲ, ਉਹਦੇ ਨਾਲ 20 ਬਿੱਲ ਇਹੋ ਜਿਹੇ ਹੋਰ ਮੋਦੀ ਸਰਕਾਰ ਲੈ ਕੇ ਆਈ, ਤਾਨਾਸ਼ਾਹ ਸਰਕਾਰ, ਵੀ ਜਿਹੜੇ ਕਿ
ਇੰਨੇ ਮਤਲਬ ਡਿਕਟੇਟਰਸ਼ਿਪ ਵਾਲੇ ਇੱਕ ਹਿਸਾਬ ਦੇ ਮਤਲਬ ਰੈਂਪ ਕਰਤੇ ਜੀ, ਬਿਨਾ ਕੋਈ ਚੰਗੀ ਤਰ੍ਹਾਂ ਵੋਟਿੰਗ ਨਹੀਂ ਹੋਈ, ਕਰੋਨਾ ਦੇ ਬਹਾਨਾ ਲੈ ਕੇ। ਇਹ ਇੱਕ ਤਰ੍ਹਾਂ ਦਾ ਤਾਨਾਸ਼ਾਹੀ ਸਰਕਾਰ ਚੱਲ ਰਹੀ ਹੈ। ਹੁਣ ਇਹਦੇ ਖਿਲਾਫ ਇੱਕ ਕਿਸਾਨਾਂ ਦੀ ਮੂਵਮੈਂਟ ਸ਼ੁਰੂ ਹੋਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਮਜ਼ਦੂਰ ਵੀ ਨਾਲ ਵੈਸੇ ਤਾਂ ਜੁੜ ਹੀ ਗਏ ਹੈ, ਵੈਸੇ ਉਹ ਚੀਜ਼ ਵੀ ਹੌਲੀ ਹੌਲੀ ਬਾਹਰ ਆ ਜਾਊਗੀ, ਕਿਉਂਕਿ ਅਜੇ ਕਿਸਾਨਾਂ ਦੇ ਬਿੱਲਾਂ ਦੀ ਗੱਲ ਹੋ ਰਹੀ ਹੈ, ਫਿਰ ਮਜ਼ਦੂਰਾਂ ਦੇ ਬਿੱਲਾਂ ਦੀ ਵੀ ਗੱਲ ਹੋਊਗੀ। ਇਹ ਲਾਜ਼ਮੀ ਹੈ ਕਿ ਜਦੋਂ ਜਿਵੇਂ ਸਾਰੇ ਇੱਕ ਵਾਰੀ ਸ਼ੁਰੂ ਹੋ ਗਏ ਵੀ ਜਿਵੇਂ ਆਪਣੇ ਰਾਜੇਵਾਲ ਜੀ ਆਪਣੇ ਯੂਨੀਅਨ ਲੀਡਰ ਕਹਿ ਰਹੇ ਨੇ ਵੀ ਅਮਿਤ ਸ਼ਾਹ ਜੀ ਇਹ ਕਹਿ ਰਹੇ ਆ ਬਈ ਤੁਸੀਂ ਜਿੰਨੀਆਂ ਮਰਜ਼ੀ ਸੋਧਾਂ ਕਰਾ ਲਓ, ਇਹਨੂੰ ਭਲਾਂ ਦੀ ਇੱਕ ਪਾਸੇ ਖੁੰਝੇ ਲੱਗਿਆ ਰਹਿਣ ਦਿਓ ਬਿੱਲ ਨੂੰ, ਪਰ ਇਹਨੂੰ ਰਹਿਣ ਦਿਓ, ਬਿੱਲ ਰਹਿਣ ਦਿਓ, ਪਰ ਤੁਸੀਂ ਜਾਨ ਕੱਢ ਲਓ ਵੀ ਅਸੀਂ ਜੇ ਤੁਹਾਡਾ ਬਿੱਲ ਵਾਪਸ ਲੈ ਲਿਆ ਤਾਂ ਹੋਰ ਵੀ ਦੂਜੇ ਵੀ ਬਿੱਲ ਸਾਨੂੰ ਲੋਕੀ ਉੱਠ ਕੇ ਆਉਣਗੇ, ਸਾਨੂੰ ਕਹਿੰਗੇ ਵਾਪਸ ਲਓ। ਇਹ ਸਰਕਾਰ ਇੱਕ ਤਰ੍ਹਾਂ ਦਾ ਮਤਲਬ ਜਾਤੀ ਕਰ ਰਹੀ ਹੈ ਪੂਰੇ ਦੇਸ਼ ਨਾਲ, ਮਤਲਬ ਕਾਰਪੋਰੇਟ ਘਰਾਣਿਆਂ ਨੂੰ ਪੂਰਾ ਦੇਸ਼ ਇੱਕ ਤਰ੍ਹਾਂ ਦਾ ਸੌਂਪੀ ਜਾਂਦੇ ਆ। ਭਾਈ ਜੀ ਜਿਵੇਂ ਤੁਸੀਂ ਰਾਜਸਥਾਨ ਤੋਂ ਆਏ ਹੋ, ਰਾਜਸਥਾਨ ਤੋਂ ਹੁਣ ਜਿਵੇਂ ਲੋਕ ਪਹੁੰਚਣ ਲੱਗੇ ਨੇ, ਹੁਣ ਇਹਨਾਂ ਦਾ ਅਗਲਾ ਪ੍ਰੋਪੋਗੰਡਾ ਹੋ ਸਕਦਾ ਕਿ ਰਾਜਸਥਾਨ ਨੂੰ ਜਿਹੜਾ ਪੰਜਾਬ ਕਹਿੰਦਾ ਕਿ ਅਸੀਂ ਰਾਜਸਥਾਨ ਨੂੰ ਪਾਣੀ ਦਿੰਦੇ ਆ, ਉਹਦਾ ਮਾਲੀਆ ਜਿਹੜਾ ਬਣਦਾ ਸਾਨੂੰ ਬਣਦਾ, ਅਸੀਂ ਲੈਣਾ ਚਾਹੁੰਦੇ ਆ। ਇਹ ਪ੍ਰੋਪੋਗੰਡਾ ਵੀ ਕਰ ਸਕਦੇ ਆ ਵੀ ਤੁਸੀਂ ਵੀ ਜਿਹੜਾ ਇਹ ਹੈਗਾ ਹੈ ਨਾ ਤੁਹਾਨੂੰ ਲੜਾਉਣ ਵਾਸਤੇ, ਕੀ ਇਹ ਆਪਦੇ ਪ੍ਰੋਪੋਗੰਡਾ ਸਫਲ ਹੋਣਗੇ ਜੀ? ਇਹਦਾ ਜੀ ਛੋਟੀਆਂ ਗੱਲਾਂ ਨੇ, ਜੇ ਜ਼ਮੀਨ ਹੋਊਗੀ ਤਾਂ ਹੀ ਉੱਥੇ ਪਾਣੀ ਲੱਗੂਗਾ, ਪਰ ਜੇ ਜ਼ਮੀਨ ਹੀ ਨਹੀਂ ਰਹੀ, ਜ਼ਮੀਨ ਹੀ ਕਾਰਪੋਰੇਟ ਘਰਾਣਿਆਂ ਨੂੰ ਚਲੀ ਗਈ, ਤੇ ਪਾਣੀ ਕਿਵੇਂ ਲੱਗਣਾ, ਪਾਣੀ ਕਿਵੇਂ ਆਉਣਾ? ਇਹ ਤਾਂ ਜੀ ਬਾਅਦ ਦੀਆਂ ਗੱਲਾਂ, ਕਿਸਾਨ ਆਪਸ 'ਚ ਬਾਅਦ ਸੁਲਝਾ ਲੈਣਗੇ, ਇਹ ਤਾਂ ਕੋਈ ਇੰਨੀ ਵੱਡੀ ਗੱਲ ਹੋਣੀ ਨਹੀਂ ਚਾਹੀਦੀ। ਆਪਣੇ ਗੰਗਾਨਗਰ ਦੀ ਯੂਨੀਅਨ ਵੀ ਹੈਗੀਆਂ ਕਿਸਾਨ, ਉੱਥੇ ਹਰਿਆਣੇ ਦੀ ਵੀ ਯੂਨੀਅਨ ਹੈ, ਪੰਜਾਬ ਦੀਆਂ ਯੂਨੀਅਨ ਹੈ, ਇਕੱਠੇ ਬਹਿ ਕੇ ਉਹਨਾਂ ਨੇ ਇੱਕ ਸੰਗਠਨ ਬਣਿਆ ਹੋਇਆ ਹੈ, ਉਹ ਸਭ ਆਪੇ ਕਰ ਰਹੇ ਨੇ। ਇਹ ਸਰਕਾਰ ਦੀ ਜਿਹੜੀ ਆ ਚਾਲਾਂ ਹੈ ਇਹ ਕਾਮਯਾਬ ਨਹੀਂ ਹੋਣਗੀਆਂ, ਕਿਉਂਕਿ ਇਹਦੇ ਵਿੱਚ ਸਰਕਾਰ ਦਾ ਡਰ ਦਿਖਦਾ। ਉਹਨਾਂ ਨੇ ਹਰ ਹੱਥਕੰਡਾ ਅਪਣਾ ਲਿਆ, ਟੈਰਰਿਸਟ ਕਹਿ ਲਿਆ, ਮਾਓਵਾਦੀ ਕਹਿ ਲਿਆ, ਕਮਿਊਨਿਸਟ ਕਹਿ ਲਿਆ, ਉਹਨਾਂ ਨੇ ਇਹਨਾਂ ਨੂੰ ਕੀ ਕਹਿੰਦੇ ਹੁੰਦੇ ਆਪਣੇ ਕਹਿਤਾ ਵੀ ਇਹ ਟੁਕੜੇ ਗੈਂਗ ਹੈ, ਖਾਲਿਸਤਾਨੀ ਗੈਂਗ ਕਹਿਤਾ। ਹੁਣ ਟੁਕੜੇ ਗੈਂਗ ਹੋਮ ਮਿਨਿਸਟਰ ਸਾਹਿਬ ਦੇ ਲਾਈ ਸੀਗੀ RTI ਵੀ ਟੁਕੜੇ ਗੈਂਗ ਕੀ ਹੈ, ਡੈਫੀਨੇਸ਼ਨ ਦੱਸੋ? ਉਹ ਕਹਿੰਦੇ ਜੀ ਇਹ ਕੋਈ ਸਾਡੇ ਕੋਲ ਰਿਪੋਰਟ ਹੈ ਨਹੀਂ ਗੀ, ਪਰ ਆ ਲੋਕ ਯੂਜ਼ ਕਰਦੇ ਆ ਵਰਡ, ਪਾਕਿਸਤਾਨੀ ਕਹਿ ਦਿੰਦੇ ਆ। ਇਹ ਇਹਨਾਂ ਨੇ ਇੱਕ ਤਰ੍ਹਾਂ ਦੀ ਮਤਲਬ ਅੱਗੇ ਅੱਜ ਤੋਂ 10-15 ਸਾਲ ਪਹਿਲਾਂ ਕਿਸੇ ਨੇ ਕੋਈ ਐਂਟੀ ਟੈਰਰਿਸਟ ਕਹਿੰਦਾ ਸੀ ਤਾਂ ਬਹੁਤ ਐਂਟੀ ਨੈਸ਼ਨਲ ਕਹਿੰਦੇ ਸੀ, ਬਹੁਤ ਵੱਡੀ ਗੱਲ ਹੁੰਦੀ ਸੀਗੀ, ਪਰ ਅੱਜ ਕੱਲ੍ਹ ਇਹ ਚੀਜ਼ਾਂ ਆਮ ਹੋ ਗਈਆਂ, ਕਿਉਂਕਿ ਇਹ ਲੋਕਾਂ ਦੇ ਮਨ ਦੇ ਵਿੱਚ ਮੀਡੀਆ ਦੇ ਥਰੂ ਸਾਈਕੋਲੋਜੀਕਲੀ ਖੇਲਿਆ ਜਾ ਰਿਹਾ ਹੈ ਵੀ ਕੋਈ ਗੱਲ ਨਹੀਂ, ਤੁਸੀਂ ਐਂਟੀ ਨੈਸ਼ਨਲ ਕਹਿ ਦਿਓ, ਕੋਈ ਮਾੜੀ ਮੋਟੀ ਗੱਲ ਹੈ, ਪਰ ਮਾੜੀ ਮੋਟੀ ਨਹੀਂ। ਲੋਕਾਂ ਨੂੰ ਸਮਝਣਾ ਚਾਹੀਦਾ ਹੈ ਵੀ ਮੋਦੀ ਸਰਕਾਰ ਤੁਹਾਡੀ ਦਿਮਾਗ ਨਾਲ ਕਿਵੇਂ ਖੇਡ ਰਹੀ ਹੈ, ਕਿਵੇਂ ਤੁਹਾਨੂੰ ਭ੍ਰਮਿਤ ਕਰ ਰਹੀ ਹੈ, ਅਸਲੀ ਮੁੱਦਿਆਂ ਨੂੰ ਦੂਰ ਲੈ ਕੇ ਜਾ ਰਹੇ ਨੇ। ਹੁਣ ਪਿੱਛੇ ਜੇ ਯੋਗੀ ਜੀ ਨੇ ਕਿਹਾ ਵੀ ਆਹ ਤਾਂ ਕਿਸਾਨ ਨਹੀਂ ਗੇ, ਇਹ ਉਹ ਲੋਕ ਹੈ ਜਿਨ੍ਹਾਂ ਨੇ ਰਾਮ ਮੰਦਿਰ ਜਿਹਨਾਂ ਨੂੰ ਪਸੰਦ ਨਹੀਂ ਆਇਆ ਤਾਂ ਕਰਕੇ ਹੁਣ ਆਵਾਜ਼ ਉਠਾ ਰਹੇ ਆ। ਇਹ ਇੰਨੇ ਬੇਸਲੈਸ ਚੀਜ਼ਾਂ ਬੋਲਦੇ ਆ, ਮਤਲਬ ਵਾਹੀਆਤ ਗੱਲਾਂ ਬੋਲਦੇ ਆ ਜਿਹੜੀਆਂ ਕਿ ਰਿਲੇਟ ਹੀ ਨਹੀਂ ਕਰਦੀਆਂ ਕਿਸਾਨੀ ਅੰਦੋਲਨ ਦੇ ਨਾਲ। ਇਹ ਜਿਹੀਆਂ ਇਹਨਾਂ ਦੀ ਮਿਸਲੀਡਿੰਗ ਟੈਕਟਿਕਸ ਵਰਕ ਨਹੀਂ ਕਰ ਰਹੀਆਂ, ਉਹ ਵੀ ਕਿਸਾਨ ਹੁਣ ਸਮਝ ਗਿਆ ਹੈ। ਮੈਂ ਕਹਿੰਦਾ ਦੇਸ਼ ਵੀ ਸਮਝ ਰਿਹਾ ਹੌਲੀ ਹੌਲੀ, ਕਿਸਾਨ ਅੰਦੋਲਨ ਦੇ ਨਾਲ ਦੇਸ਼ ਨੂੰ ਵੀ ਸਮਝ ਆ ਰਿਹਾ ਵੀ ਮੋਦੀ ਕੀ ਕਰਨਾ ਚਾਹ ਰਿਹਾ। ਇਹ ਦੇਸ਼ ਨੂੰ ਪਾੜ ਕੇ ਅੱਡ ਕਰਕੇ ਤੇ ਉੱਤੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਦੇਣਾ ਚਾਹੁੰਦਾ ਹੈ। ਭਾਈ ਜੀ ਤੁਸੀਂ ਬੜੀ ਵਧੀਆ ਗੱਲ ਕਹੀ ਕਿ ਪਾਣੀ ਦੀ ਲੜਾਈ ਤਾਂ ਸਾਡੀ ਉਦੋਂ ਹੋਊਗੀ ਜਦੋਂ ਜ਼ਮੀਨ ਬਚੂਗੀ। ਦੂਜੀ ਗੱਲ ਇਹ ਹੈ ਕਿ ਹੁਣ ਜਿਵੇਂ ਸਰਕਾਰ ਦਾ ਪ੍ਰੋਪੋਗੰਡਾ ਹੈ ਹੌਲੀ ਹੌਲੀ ਚੱਲ ਰਿਹਾ, ਤੁਹਾਨੂੰ ਲੱਗਦਾ ਵੀ ਸਰਕਾਰ ਇਸ ਗੱਲ ਤੋਂ ਨਹੀਂ ਡਰੀ ਕਿ ਸਾਨੂੰ ਇਹ ਕਾਨੂੰਨ ਵਾਪਸ ਲੈਣੇ ਪੈਣਗੇ? ਸਰਕਾਰ ਇਸ ਗੱਲ ਤੋਂ ਜ਼ਿਆਦਾ ਡਰੀ ਹੋਈ ਹੈ ਕਿ ਜੇ ਅਸੀਂ ਇਹ ਪੁੱਠੇ ਲੈ ਲਏ ਤਾਂ ਧਾਰਾ 370 ਵਾਲਾ ਵੀ ਪੁੱਠਾ ਲੈਣਾ ਪਊਗਾ। ਜਿਹੜੇ ਲੋਕ ਦਿੱਲੀ 'ਚ ਬੈਠੇ ਸੀ ਸ਼ਾਹੀਨ ਬਾਗ 'ਚ, ਉਹ ਵੀ ਹੈਗੇ ਆ, ਰਾਮ ਮੰਦਿਰ ਵਾਲਾ ਵੀ, ਹੋਰ ਇਹੋ ਜਿਹੇ ਬੜੇ ਕਾਨੂੰਨ ਨੇ ਜਿਹੜੇ ਪੁੱਠੇ ਲੈਣੇ ਪੈਣੇ। ਲੱਗਦਾ ਤੁਹਾਨੂੰ ਇਹੋ ਜਿਹਾ ਗੱਲ ਹੋ ਸਕਦੀ ਹੈ? ਜੀ ਰਾਮ ਮੰਦਿਰ ਦਾ ਡਿਸੀਜਨ ਤਾਂ ਸੁਪਰੀਮ ਕੋਰਟ ਨੇ ਦਿੱਤਾ, ਸਰਕਾਰ ਦੇ 'ਚ ਉਹਦਾ ਕੋਈ ਰੋਲ ਨਹੀਂਗਾ, ਪਰ ਜਿਹੜਾ NCR ਆ CPR ਵਾਲਾ ਹੈਗਾ ਜਿਹੜਾ ਆਪਾਂ ਸ਼ਹੀਨ ਬਾਗ ਹੋਇਆ ਸੀਗਾ, ਉਹ ਤਾਂ ਜੀ ਹੁਣ ਪਾਸ ਹੋ ਗਿਆ, ਪਰ ਉਹ ਲਾਗੂ ਨਹੀਂ ਕੀਤਾ ਗਿਆ। ਜੇ ਸਰਕਾਰ ਜ਼ੋਰ ਹੁੰਦਾ ਤਾਂ ਉਹਨੂੰ ਲਾਗੂ ਕਰਕੇ ਦਿਖਾਉਂਦੀ, ਫਿਰ ਉਸ ਤੋਂ ਬਾਅਦ ਕੋਈ ਇਲੈਕਸ਼ਨ ਮੁਸ਼ਕਿਲ ਹੈ ਫਿਰ ਹੁੰਦਾ, ਉਹ ਲਾਗੂ ਹੀ ਨਹੀਂ ਕੀਤੇ ਗਏ। ਬਾਕੀ ਜਿਹੜੇ ਲੇਬਰ ਲਾਅ ਦੇ ਨਾਲ ਹੋਰ ਵੀ ਕੋਈ ਇੰਡਸਟਰੀਅਲ ਲਾਅਜ਼ ਆਏ ਨੇ, ਵੀ ਆਪਣਾ ਫੋਰੈਸਟ ਐਕਟ ਚੇਂਜ ਹੋਇਆ ਥੋੜ੍ਹਾ ਜਿਹਾ, ਵੀ ਇੰਡਸਟਰੀਜ਼ ਨੂੰ ਕਿਵੇਂ ਜ਼ਮੀਨ ਦੇਣੀ ਹੈ, ਉਹ ਚੀਜ਼ਾਂ ਚੇਂਜ ਹੋਈਆਂ। ਇਹਨਾਂ ਨੂੰ ਹੈ ਵੀ ਹੌਲੀ ਹੌਲੀ ਪੜਤਾਂ ਖੁੱਲ੍ਹਣਗੀਆਂ ਇਹਨਾਂ ਦੇ ਜਿਹੜੇ ਕਾਲੇ ਇਹਨਾਂ ਨੇ ਕੰਮ ਕੀਤੇ ਆ। ਹੁਣ ਪਿੱਛੇ ਕਰੋਨਾ ਵਿੱਚ ਜਿਹੜੇ ਬਿੱਲ ਪਾਸ ਕੀਤੇ ਵੀ ਇੱਕ ਖੁੱਲ੍ਹ ਗਿਆ, ਫਿਰ ਹੌਲੀ ਹੌਲੀ ਦੂਜੇ ਲੋਕ ਵੀ ਆਉਣਗੇ। ਹੁਣ ਆਪਣੇ ਸਾਊਥ ਦੇ ਵਿੱਚ ਐਪਲ ਦੀ ਫੈਕਟਰੀ ਸੀਗੀ, ਉਹਨਾਂ ਨੂੰ ਤਨਖਾਹ ਅੱਧੀ ਕਰਤੀ ਤੇ ਉਹਨਾਂ ਨੇ ਤਨਖਾਹ 2 ਮਹੀਨੇ ਲੇਟ ਕਰਤੀ ਤੇ 12 ਘੰਟੇ ਕੰਮ ਕਰਤਾ 8 ਤੋਂ, ਉਹਨਾਂ ਨੇ ਉੱਥੇ ਤੋੜ ਫੋੜ ਮਚਾਤੀ। ਹੁਣ ਇਹ ਲਾਅ ਐਂਡ ਆਰਡਰ ਸਿਚੁਏਸ਼ਨ ਵੀ ਆ ਜਾਊਗੀ, ਕਿਉਂਕਿ ਲੋਕ ਇਹਨਾਂ ਧੱਕਾ ਸਹਿ ਨਹੀਂ ਸਕਦੇ। ਵੀ ਪਹਿਲਾਂ ਕਰੋਨਾ ਦੀ ਮਾਰ ਇੰਨੀ ਹੈ, ਉਸ ਤੋਂ ਬਾਅਦ ਗਰੀਬਾਂ ਨੂੰ ਤੁਸੀਂ ਉਹ ਮਾਰ ਕਰ ਰਹੇ ਹੋ। ਸਾਡੇ ਕਿਸਾਨ ਇੰਨੀ ਠੰਡ ਵਿੱਚ ਉੱਥੇ ਬੈਠੇ ਆ। ਇਹਦਾ ਜੀ ਸਰਕਾਰ ਨੂੰ ਬਿੱਲ ਵਾਪਸ ਲੈਣੇ ਚਾਹੀਦੇ ਆ, ਜ਼ਾਲਮੀ ਗੱਲ ਹੈਗੀ ਹੈ। ਇਹਦੇ ਵਿੱਚ ਬਸ ਇੱਕ
ਗਵਰਨਮੈਂਟ ਨੂੰ ਇੱਕ ਚੀਜ਼ ਆ ਕਰਨੀ ਚਾਹੀਦੀ ਹੈ ਵੀ ਜਿੰਨੀ ਛੇਤੀ ਹੈ ਉਨੀ ਛੇਤੀ ਲਵੇ, ਨਹੀਂ ਤਾਂ ਇੱਥੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਵੀ ਖਰਾਬ ਹੋ ਸਕਦੀ ਹੈ। ਕਿਉਂਕਿ ਆਹ ਜਿਹੜੇ ਬਿੱਲ ਹੈ ਇਹ ਡਿਕਟੋਰੀਅਨਸ਼ਿਪ ਹੈ, ਮਤਲਬ ਤੁਸੀਂ ਆਪਦੇ ਹੱਥ ਤਾਂ ਕੁਝ ਰੱਖਿਆ ਨਹੀਂ, ਵੀ ਤਾਂ ਆਪਦਾ ਪੱਲਾ ਝਾੜੀ ਜਾਂਦੇ ਹੋ, ਸਾਰਾ ਕੁਝ ਕਾਰਪੋਰੇਟ ਤੋਂ ਦੇ ਰਹੇ ਹੋ। ਉਹਦੇ ਵਿੱਚ ਮਤਲਬ ਨਾ ਤਾਂ ਸਰਕਾਰ ਨੂੰ ਕੋਈ ਫਾਇਦਾ ਹੈ, ਫਾਇਦਾ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਹੈ। ਹੁਣ ਤੁਸੀਂ ਇਹ ਦੇਖੋ ਬਈ ਜਦੋਂ ਆ ਬਿੱਲ ਪਾਸ ਕੀਤੇ ਉਦੋਂ ਤਾਂ ਐਮਰਜੈਂਸੀ ਸੈਸ਼ਨ ਬੁਲਾ ਕੇ ਪਾਸ ਕਰਾਤੇ, ਹੁਣ ਜਦੋਂ ਵਿੰਟਰ ਸੈਸ਼ਨ ਸੀਗਾ ਉਹ ਕਹਿੰਦੇ ਕਰੋਨਾ ਜੀ ਕੈਂਸਲ ਕਰਤਾ। ਇਹ ਵੀ ਦੇਖੋ ਤੁਸੀਂ ਮਤਲਬ ਕਿੰਨਾ ਪ੍ਰੋਪੇਗੈਂਡਾ ਹੈ ਇੱਕ ਤਰ੍ਹਾਂ ਦਾ, ਮਤਲਬ ਬਸ ਕਰੋਨਾ ਦਾ ਯੂਜ਼ ਕਰ ਰਹੇ ਆ ਤੇ ਉਹਦੇ ਬਹਾਨੇ ਨਾਲ ਕਾਰਪੋਰੇਟ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ। ਦੇਖੋ ਜੀ, ਹੁਣ ਅਮਿਤ ਸ਼ਾਹ ਜੀ ਕਹਿ ਰਹੇ ਆ ਵੀ ਜੇ ਆਹ ਬਿੱਲ ਅਸੀਂ ਵਾਪਸ ਲੈ ਲਿਆ ਤੇ ਫਿਰ ਦੂਜੇ ਵੀ ਆਉਣਗੇ ਤੇ ਉਹ ਵਾਪਸ ਲੈਣ ਨੂੰ ਕਹਿਣਗੇ। ਮਤਲਬ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਪਤਾ ਵੀ ਅਸੀਂ ਦੂਜੇ ਵੀ ਧੱਕੇ ਨਾਲ ਹੀ ਪਾਸ ਕੀਤੇ ਤੇ ਉਹਨਾਂ ਨੂੰ ਵੀ ਪਤਾ ਵੀ ਜੇ ਇਹਨਾਂ ਦੀ ਹਿੰਮਤ ਵੇਖ ਕੇ ਦੂਜੇ ਆਉਣਗੇ ਤਾਂ ਕਿਤੇ ਨਾ ਕਿਤੇ ਉਹ ਇਸ ਚੀਜ਼ 'ਚ ਆਪ ਵੀ ਮੰਨੀ ਜਾਂਦੇ ਆ ਵੀ ਜੀ ਉਹ ਬਿੱਲ ਵੀ ਅਸੀਂ ਗਲਤ ਪਾਸ ਕੀਤੇ। ਕਿਉਂਕਿ ਜਿਹੜਾ ਵੀ ਕੋਈ ਗਲਤ ਪਾਸ ਕੀਤਾ ਹੈ, ਕਿਉਂ ਨਾ ਲੋਕਾਂ ਨੂੰ ਹੱਕ ਕਿਉਂ ਨਾ ਹੋਵੇ ਵਾਪਸ ਆ ਕੇ ਕਹਿਣ ਦਾ ਵੀ ਜੀ ਵਾਪਸ ਲਓ। ਜੇ ਉਹ ਐਡੇ ਤੰਗ ਹੋ ਰਹੇ ਹੈ, ਘਰੋਂ ਤੁਰ ਕੇ ਦਿੱਲੀ ਤੱਕ ਪਹੁੰਚ ਰਹੇ ਹੈ, ਫਿਰ ਉਹਨਾਂ ਦੀ ਕੋਈ ਤਾਂ ਜਾਇਜ਼ ਗੱਲ ਹੋਊਗੀ। ਇਨਵਾਇਰਨਮੈਂਟ ਐਕਟ ਦੀ ਗੱਲ ਕੀਤੀ ਜੀ, ਕਰੋਨਾ ਦੇ ਵਿੱਚ ਇਹਨਾਂ ਨੇ ਕਿੰਨੇ ਹਜ਼ਾਰਾਂ ਹੈਕਟੇਅਰ ਨਾਰਥ ਈਸਟ ਦੇ ਵਿੱਚ ਖਾਲੀ ਕਰਤੇ ਜੀ, ਜੇ ਤੋਂ ਇੰਨੀ ਆਬਾਦੀ ਪਸ਼ੂਆਂ ਦੀ, ਪੰਛੀਆਂ ਦੀ ਤੇ ਲੋਕਾਂ ਨੂੰ ਐਡਾ ਉਹ ਹੋਣਾ, ਨੁਕਸਾਨ ਹੋਣਾ, ਕੋਈ ਇਹਨਾਂ ਨੇ ਪਰਵਾਹ ਨਹੀਂ ਕੀਤੀ। ਗੋਆ ਜੀ, ਸਾਰਾ ਗੋਆ ਦਾ ਯੂਥ ਹੈ ਪਿੱਛੇ ਫਿਰਦਾ ਜੀ ਕਿ ਉੱਥੇ ਬਹੁਤ ਸਾਰੇ ਇਨਵਾਇਰਨਮੈਂਟ ਐਕਟ ਨੂੰ ਪਰਾਂ ਕਰਕੇ ਲੰਘਾਤਾ। ਜੇ ਉਹ ਆਉਣਗੇ ਜੀ ਬਿਲਕੁਲ ਜਾਇਜ਼ ਗੱਲ ਹੀ ਆਉਣਗੇ ਤੇ ਅਮਿਤ ਸ਼ਾਹ ਜੀ ਨੂੰ ਜੇ ਪਤਾ ਤੇ ਆਪਾਂ ਨੂੰ, ਮੈਨੂੰ ਲੱਗਦਾ ਆਦੀ ਜੇ ਆ ਸੁਲਝਾ ਨਹੀਂ ਕਰਦੇ ਤੇ ਆਪ ਵਾਪਸ ਨਹੀਂ ਲੈਂਦੇ ਤੇ ਇੱਕ ਤਰੀਕੇ ਦਾ ਹੌਸਲਾ ਹੀ ਬਣਦੀ ਹੈ ਪੰਜਾਬ ਇਸ ਚੀਜ਼ ਨੂੰ ਵੀ ਗਲਤ ਚੀਜ਼ ਨੂੰ ਸਰਕਾਰ ਨੂੰ ਵਾਪਸ ਲੈਣਾ ਹੀ ਪੈਣਾ। ਸੋ ਸਾਡੇ ਨਾਲ ਜਿਹੜਾ ਯੂਥ ਮੌਜੂਦ ਸੀ ਉਹਨਾਂ ਨੇ ਕਲੀਅਰ ਕੱਟ ਸਾਨੂੰ ਦੱਸਿਆ ਕਿ ਜਿਹੜਾ ਸਰਕਾਰ ਨੂੰ ਡਰ ਇਸ ਗੱਲ ਦਾ ਨਹੀਂਗਾ ਕਿ ਉਹ ਆਪਦੇ ਬਿੱਲ ਹੈ ਜਿਹੜੇ ਗੋਦੀ ਮੀਡੀਆ ਜੀ, ਇਹ ਅਸੀਂ ਉੱਥੇ ਹੀ ਵੇਖ ਕੇ ਆਏ, ਪੂਰਾ ਜਿਵੇਂ ਬਹਿਸ਼ਕਾਰ ਕਰ ਰਿਹਾ ਜੀ ਇਹਨਾਂ ਦਾ। ਤੇ ਇਸ ਮੂਮੈਂਟ ਦੇ ਵਿੱਚ ਜਿਹੜਾ ਸਮਾਲ ਸਕੇਲ ਮੀਡੀਆ ਤੇ ਜਿਵੇਂ ਤੁਹਾਡਾ ਚੈਨਲ ਹੈ ਨਾ, ਤੇ NDTV ਰਵੀਸ਼ ਕੁਮਾਰ ਜੀ ਹੋ ਗਏ, ਇਹਨਾਂ ਦਾ ਬਹੁਤ ਵੱਡਾ ਹੱਥ ਹੈ ਜੀ। ਇਹ ਕਹਿੰਦੇ ਪੰਜਾਬ ਉੱਡ ਰਿਹਾ ਜੀ, ਪੰਜਾਬ ਉੱਡ ਨਹੀਂ ਰਿਹਾ, ਪੰਜਾਬ ਪੜ੍ਹ ਰਿਹਾ, ਲੋਕ ਸਮਝ ਰਹੇ ਆ। ਉੱਥੇ ਕੋਈ ਐ ਨਹੀਂਗਾ ਕਿ ਕੋਈ ਵੀ ਆ ਕੇ ਬਹਿ ਗਿਆ ਜੀ ਬਿੱਲ ਵਾਸਤੇ, ਸਭ ਪੜ੍ਹ ਕੇ ਆਏ ਆ, ਸਿੱਖ ਕੇ ਆਏ ਆ, ਪਲੈਨਿੰਗ ਕਰਕੇ ਆਏ ਆ, ਐਜੂਟੇਸ਼ਨ ਸਟਰੋਂਗ ਹੈ ਤੇ ਬਿੱਲ ਅਬੋਲਿਸ਼ ਕਰਾਏ ਬਗੈਰ ਨਹੀਂ ਜਾਊਗੀ। ਇਹ ਬਾਈ ਜੀ ਤੁਹਾਡੀ ਗੱਲ ਜਿਹੜੀ ਤੁਸੀਂ ਕੀਤੀ, ਜਦੋਂ ਇਹਨਾਂ ਨੇ ਸ਼ੁਰੂ ਕੀਤਾ ਜਿਹੜੇ ਗੋਦੀ ਮੀਡੀਆ ਹੈ ਉਹਨਾਂ ਨੇ ਜਿਹੜੇ ਬਿੱਲਾਂ ਬਾਰੇ ਪੁੱਛਣਾ ਸੀਗਾ ਤਾਂ ਸਾਡੇ ਜਿਹੜੇ ਬਜ਼ੁਰਗ ਮਾਵਾਂ ਜਾਂ ਬਜ਼ੁਰਗ ਸਾਡੇ ਬਾਪੂ ਬੈਠੇ ਸੀਗੇ ਉਹਨਾਂ ਤੋਂ ਪੁੱਛਦੇ ਸੀ, ਕਿਉਂਕਿ ਉਹਨਾਂ ਨੂੰ ਇੰਨੀ ਜਾਣਕਾਰੀ ਨਹੀਂ, ਉਹ ਅਨਪੜ੍ਹ ਨੇ। ਫਿਰ ਸਾਡੇ ਯੂਥ ਨੇ ਬੜਾ ਕਲੀਅਰ ਕੱਟ ਉਹਨਾਂ ਨੂੰ ਮੈਸੇਜ ਦਿੱਤਾ, ਜੇ ਪੁੱਛਣਾ ਸਾਡੇ ਤੋਂ ਪੁੱਛੋ, ਅਸੀਂ ਦੋ ਹੋਰ ਚੀਜ਼ਾਂ ਦੱਸਾਂਗੇ ਜਿਹੜੇ ਤੁਹਾਨੂੰ ਵੀ ਨਹੀਂ ਪਤਾ ਗਾ। ਇਹ ਗੋਦੀ ਮੀਡੀਆ ਦਾ ਪ੍ਰੋਪੋਗੈਂਡਾ, ਸਰਕਾਰ ਦਾ ਪ੍ਰੋਪੋਗੈਂਡਾ ਹੈ। ਸੋ ਆਹ ਕਹਿੰਦੇ ਜੀ ਕਿ ਤੁਹਾਨੂੰ ਆਪਣੇ ਲਾਅ ਨਹੀਂ ਪਤਾ ਵੀ ਤੁਸੀਂ ਐਵੇਂ ਆ ਗਏ ਹੋ। ਆਹੀ ਸੇਮ ਗੱਲ ਇਹਨਾਂ ਨੇ ਜੀ 370 ਲਈ ਕਸ਼ਮੀਰੀਆਂ ਨੂੰ ਕਿਹਾ ਜਿਨ੍ਹਾਂ ਨੇ ਪਰੇਸ਼ਾਨੀ ਵਿਖਾਈ। ਆਹੀ ਸੇਮ ਗੱਲ ਇਹਨਾਂ ਨੇ ਜੀ CA NRC ਵਾਲਿਆਂ ਨੂੰ ਕਿਹਾ ਵੀ ਲੋਕ ਇਹਨਾਂ ਆਹੀ ਸੇਮ ਗੱਲ ਸਾਨੂੰ ਕਿਸਾਨਾਂ ਮਜ਼ਦੂਰਾਂ ਨੂੰ ਕਹਿ ਰਹੇ ਹੈ ਵੀ ਸਾਡੇ ਲੋਕੀ ਪੜ੍ਹ ਕੇ ਆਏ ਹੈ, 2 ਮਹੀਨੇ ਪੂਰਾ ਸਮਝ ਕੇ ਆਏ ਹੈ, ਤਾਂ ਹੀ ਉਹਨਾਂ ਨੂੰ ਲੋੜ ਲੱਗੀ ਇੱਥੇ ਆਉਣ ਦੀ, ਉੱਠ ਕੇ ਆਉਣ ਦੀ ਜੀ। ਇਹ ਜਿਹਨੂੰ ਕਹਿੰਦੇ ਆ ਵੀ ਕਿਸਾਨਾਂ ਨੂੰ ਬਿੱਲਾਂ ਦੇ ਬਾਰੇ ਨਹੀਂ ਪਤਾ, ਇਹਨਾਂ ਨੂੰ ਇਹ ਨਹੀਂ ਪਤਾ ਵੀ ਕਿਸਾਨਾਂ ਦੀ ਜਿਹੜੀ ਯੂਨੀਅਨਸ ਹੈ ਉਹ 2 ਮਹੀਨੇ ਤੋਂ ਇਹ ਬਿੱਲਾਂ ਨੂੰ ਸਟੱਡੀ ਕਰ ਰਹੀ ਹੈ। ਸੁਪਰੀਮ ਕੋਰਟ ਦੇ ਵਕੀਲ ਇਹਨਾਂ ਨੂੰ ਸਟੱਡੀ ਕਰ ਰਹੇ ਹੈ, ਪੰਜਾਬ ਹਾਈ ਕੋਰਟ ਦੇ ਵਕੀਲ ਇਹਨੂੰ ਸਟੱਡੀ ਕਰ ਰਹੇ ਆ। ਉਹ ਆਪ ਕਹਿ ਰਹੇ ਆ ਵੀ ਇਹ ਬਿੱਲ ਕਿਸਾਨ ਵਿਰੋਧੀ ਹੈ, ਲਾਇਰ ਵਿਰੋਧੀ ਹੈ। ਇਹ ਬਿੱਲ ਹਾਲਾਂਕਿ ਕਿਸੇ ਵੀ ਪੱਧਰ ਦੇ ਵਿੱਚ ਮਤਲਬ ਕਿਸੇ ਵੀ ਪਾਰਟ ਆਫ ਸੁਸਾਇਟੀ ਵਾਸਤੇ ਵਧੀਆ ਨਹੀਂ, ਸਿਰਫ ਕਾਰਪੋਰੇਟ ਘਰਾਣਿਆਂ ਦੇ ਹੈ। ਹੁਣ ਜਿਹੜੀ ਗੋਦੀ ਮੀਡੀਆ ਹੈ ਇਹ ਇਹਨਾਂ ਨੂੰ ਵਧੀਆ ਦੱਸਦੀ ਹੈ ਕਿਉਂਕਿ ਉਹਨਾਂ ਨੂੰ ਵਿਕੇ ਹੋਏ ਆ ਜੀ। ਉਹ ਆਪਾਂ ਦੇਖੀਏ ਜਾ ਕੇ ਤਾਂ ਕੋਈ ਅਡਾਨੀ ਦਾ ਰਿਸ਼ਤੇਦਾਰ ਹੈ, ਕੋਈ ਅੰਬਾਨੀ ਦਾ ਰਿਸ਼ਤੇਦਾਰ ਹੈ, ਕੋਈ ਇੰਡਾਇਰੈਕਟਲੀ ਉਹਨਾਂ ਦੀ ਕੋਈ ਕੰਪਨੀ ਨੇ ਖਰੀਦਿਆ ਹੋਇਆ। ਇਹਦਾ ਜੀ ਪ੍ਰੋਪੇਗੈਂਡਾ ਚਲਾ ਦਿੰਦੇ ਆ, ਇੱਕ ਨਿਊਜ਼ ਰੂਮ ਵਿੱਚ ਬਹਿ ਕੇ ਪਿਕਚਰ ਬਣਾ ਦਿੰਦੇ ਆ ਅਮਿਤ ਸ਼ਾਹ ਜੀ ਤੇ ਮੋਦੀ ਜੀ ਰਲ ਕੇ, ਫਿਰ ਉਹ ਪਿਕਚਰ ਇਹਨਾਂ ਨੂੰ ਭੇਜ ਦਿੰਦੇ ਆ, ਮੈਸੇਜ ਕਰ ਦਿੰਦੇ ਆ ਤੇ ਇਹ ਫਿਰ ਉਹ ਪਿਕਚਰ TV 'ਤੇ ਲਾ ਦਿੰਦੇ ਆ, ਲੋਕਾਂ ਦੇ ਦਿਮਾਗ 'ਚ ਪਾ ਦਿੰਦੇ ਆ। ਇਹ ਝੂਠ ਦਾ ਸਾਰਾ ਡੰਗਾ ਖੜਾ ਕਰ ਰੱਖਿਆ ਮੋਦੀ ਮੀਡੀਆ। ਇੰਨਾ ਸਟਰੋਂਗ ਹੈ ਇਹ ਵੀ ਇਹ ਵਿੱਚ ਲੋਕ ਭ੍ਰਮਿਤ ਹੋ ਰਹੇ ਆ, ਲੋਕਾਂ ਨੂੰ ਅਸਲੀਅਤ ਦਿਖ ਨਹੀਂ ਰਹੀ। ਇਹ ਆਪਣਾ ਇੰਡੀਆ ਇੱਕ ਕੌਨਸਟੀਟਿਊਸ਼ਨ 'ਤੇ ਬੇਸ ਹੈ, ਇੰਡੀਅਨ ਕੌਨਸਟੀਟਿਊਸ਼ਨ 'ਤੇ ਬੇਸਡ ਹੈ, ਤਾਂ ਹੀ ਇੰਨੇ ਧਰਮ ਦੇ ਲੋਕ ਇੱਥੇ ਇੱਕ ਜਾਤੀ ਦੇ ਇਕੱਠੇ ਰਹਿੰਦੇ ਆ। ਹੁਣ ਮੋਦੀ ਜੀ ਇਹੋ ਜਿਹੇ ਕੰਮ ਕਰਦੇ ਆ ਜਿਹੜੇ ਕੌਨਸਟੀਟਿਊਸ਼ਨ ਦੇ ਵਿੱਚ ਨਹੀਂ ਆਉਂਦੇ। 370 ਉਹਦੇ ਵਿੱਚ ਆਪਣੇ ਇਹਦਾ ਕੌਨਸਟੀਟਿਊਸ਼ਨ ਦਾ ਦੁਰਉਪਯੋਗ ਹੋਇਆ। ਫਿਰ ਉਦੋਂ ਬਾਅਦ ਉਹ ਆਪਣੇ ਜਿਹੜੀ ਆਈ ਹੈ NCR NP, ਇਹ ਵੀ ਉਹਦੇ ਉਸ ਹਿਸਾਬ ਨਾਲ ਗਲਤ ਹੈ। ਹੁਣ ਜਿਹੜੇ ਆਹ ਕਾਨੂੰਨ ਆ ਰਹੇ ਇਹ ਤਾਂ ਜੀ ਤੁਸੀਂ ਮੰਨੋ ਤੁਸੀਂ ਫਾਰਮਿੰਗ 'ਤੇ ਲਿਓ ਲੈ ਕੇ ਆ ਰਹੇ ਹੋ।
ਫਾਰਮਿੰਗ ਦੇ ਵਿੱਚ ਤਾਂ ਕਨਸਟੀਟਿਊਸ਼ਨ ਦੇ ਵਿੱਚ ਇਹ ਬਿੱਲ ਹੀ ਸਟੇਟ ਲਿਸਟ ਦੇ ਵਿੱਚ ਹੈ ਵੀ ਇਹਦੇ ਵਿੱਚ ਸੈਂਟਰ ਦਖਲ ਹੀ ਨਹੀਂ ਦੇ ਸਕਦੀ। ਹੁਣ ਇਹ ਕਹਿੰਦੇ ਆ ਜੀ ਜਿਵੇਂ ਕਨਸਟੀਟਿਊਸ਼ਨ 3 ਲਿਸਟ ਹੈ, ਕੌਨਕਰੈਂਟ ਲਿਸਟ, ਸੈਂਟਰ ਲਿਸਟ, ਸਟੇਟ ਲਿਸਟ ਦੇ ਵਿੱਚ ਫਾਰਮਿੰਗ ਹੈ, ਇਹਦੇ ਵਿੱਚ ਤਾਂ ਕੋਈ ਰੋਲ ਹੀ ਹੈ ਨਹੀਂ ਸੈਂਟਰ ਗਵਰਨਮੈਂਟ ਦਾ। ਫਿਰ ਵੀ ਆ ਬਿੱਲ ਲਿਆ ਕੇ ਇਹਨਾਂ ਨੇ ਆ ਦੱਸਤਾ। ਉਦੋਂ ਬਾਅਦ ਅਮਿਤ ਸ਼ਾਹ ਜੀ ਮੀਟਿੰਗ ਦੇ ਵਿੱਚ ਫਾਰਮਰਸ ਨੂੰ ਇਹ ਕਹਿੰਦੇ ਆ ਵੀ ਇਹ ਜਿਹੜੇ ਹੈਗੀ ਹੈ ਇਹਦੇ ਵਿੱਚ ਤਾਂ ਅਸੀਂ ਟ੍ਰੇਡ ਦੇ ਵਿੱਚ ਲੈ ਕੇ ਆਏ ਹਾਂ, ਜਿਹੜੀ ਕੌਨਕਰੈਂਟ ਲਿਸਟ ਹੈ ਕਨਸਟੀਟਿਊਸ਼ਨ ਦੀ ਟ੍ਰੇਡ ਉਹਦੇ ਵਿੱਚ ਲੈ ਕੇ ਆਏ ਹਾਂ। ਪਰ ਟ੍ਰੇਡ ਤਾਂ ਕਿਸਾਨ ਕਰਦਾ ਹੀ ਨਹੀਂ, ਟ੍ਰੇਡ ਐਂਡ ਕਾਮਰਸ ਵਿੱਚ ਲੈ ਕੇ ਆਏ ਆ, ਉਹ ਤਾਂ ਕਿਸਾਨ ਕਰਦਾ ਹੀ ਨਹੀਂ। ਹੁਣ ਇਹ ਇਹਨਾਂ ਆਪ ਹੀ ਮੰਨਦੇ ਆ ਵੀ ਅਸੀਂ ਵਪਾਰੀਆਂ ਵਾਸਤੇ ਲੈ ਕੇ ਆਏ ਹਾਂ, ਟ੍ਰੇਡਰਸ ਵਾਸਤੇ ਲੈ ਕੇ ਆਏ ਹਾਂ। ਹੁਣ ਕਿਸਾਨ ਫਾਰਮਿੰਗ ਤਾਂ ਹੈ ਨਹੀਂ ਉਹਦੇ 'ਚ। ਅਤੇ ਇਹ ਜੀ ਸੰਵਿਧਾਨਿਕ ਤੌਰ 'ਤੇ ਮੇਰਾ ਜਿਹੜਾ ਅੰਦੋਲਨ ਹੈ ਇਹ ਜਨ ਅੰਦੋਲਨ ਬਣੂਗਾ। ਤੁਸੀਂ ਦੇਖੀ ਹੈ ਧੀਰੇ ਧੀਰੇ, ਕਿਉਂਕਿ ਇੰਡੀਆ ਕਨਸਟੀਟਿਊਸ਼ਨ 'ਤੇ ਚੱਲਦਾ, ਇੰਡੀਅਨ ਕਨਸਟੀਟਿਊਸ਼ਨ 'ਤੇ ਚੱਲਦਾ, ਜਿਹਦੇ ਕਾਰਨ ਆਪਣੇ ਸਾਡੇ ਫਰੀਡਮ ਫਾਈਟਰਸ ਨੇ ਕੁਰਬਾਨੀਆਂ ਦਿੱਤੀਆਂ ਸੀਗੀਆਂ। ਹੁਣ ਇਹੋ ਜਿਹੀ ਬਿੱਲ ਬਹੁਤ ਸਾਲ ਪਹਿਲਾਂ ਮਤਲਬ 1908 ਦੇ ਵਿੱਚ ਵੀ ਅੰਦੋਲਨ ਆਇਆ ਸੀ, ਭਗਤ ਸਿੰਘ ਦੇ ਚਾਚਾ ਜੀ ਸੀਗੇ, ਉਹਨਾਂ ਨੇ ਵੀ ਅੰਦੋਲਨ ਦੇ ਵਿੱਚ ਪਾਰਟ ਲਿਆ ਸੀਗਾ, ਉਹਦੇ ਵਿੱਚ ਹਿੱਸਾ ਰਹੇ ਸੀਗੇ। ਉਹ 9 ਮਹੀਨੇ ਚੱਲਿਆ ਸੀਗਾ। ਹੁਣ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ। ਹੁਣ ਭਗਤ ਸਿੰਘ ਦੇ ਦੇਸ਼ ਦੇ ਵਿੱਚ ਇਹੋ ਜਿਹੇ ਬਿੱਲ ਦੁਬਾਰਾ ਆਉਣੇ ਚਾਹੀਦੇ ਆ ਵੀ ਇਹ ਗੱਲ ਸੋਚਣ ਵਾਲੀ ਹੈ ਜੀ। ਉਹਨਾਂ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ ਉਹ ਇਹ ਬਿੱਲਾਂ ਦੇ ਵਿਰੁੱਧ ਹੀ ਸੀਗੀਆਂ। ਮੈਂ ਬਾਈ ਜੀ ਤੁਹਾਨੂੰ ਪੁੱਛਣਾ ਸੀਗਾ ਕਿ ਦੇਖੋ ਅੰਗਰੇਜ਼ਾਂ ਦੇ ਟਾਈਮ ਤੇ ਵੀ ਸੇਮ ਸਿਸਟਮ ਸੀ ਹੈ ਨਾ, ਉਹ ਬਿੱਲ ਵਾਪਸ ਹੋਏ। ਹੁਣ ਇਹ ਸਰਕਾਰ ਅੜੀ ਹੋਈ ਹੈ ਕਿ ਅਸੀਂ ਵਾਪਸ ਨਹੀਂ ਲਵਾਂਗੇ। ਫਿਰ ਆਪਾਂ ਇਹ ਚੀਜ਼ ਮੰਨ ਸਕਦੇ ਹਾਂ ਕਿ ਇਹਦੇ ਨਾਲ ਬੀਜੇਪੀ ਸਰਕਾਰ ਨਾਲ ਤਾਂ ਸਾਨੂੰ ਅੰਗਰੇਜ਼ ਚੰਗੇ ਸੀਗੇ ਜੀ। ਕੁਛ ਹੱਦ ਤੱਕ ਇਹ ਗੱਲ ਸਹੀ ਹੈ, ਕਿਉਂਕਿ ਜਿਹੜਾ ਬੰਦਾ ਕਾਰਪੋਰੇਟ ਦਾ ਹੋ ਗਿਆ, ਹੁਣ ਮੋਦੀ ਜੀ ਕਾਰਪੋਰੇਟ ਦੇ ਹੋ ਗਏ, ਕੀ ਡਿਫਰੈਂਟ ਹੈਗੇ ਆ ਈਸਟ ਇੰਡੀਆ ਕੰਪਨੀ ਤੋਂ? ਈਸਟ ਇੰਡੀਆ ਕੰਪਨੀ ਤੋਂ ਕੀ ਡਿਫਰੈਂਟ ਹੈਗੇ ਆ? ਉਹੀ ਗੱਲ ਹੋ ਗਈ, ਤੁਸੀਂ ਕਾਰਪੋਰੇਟ ਨੂੰ ਖਵਾਉਣਾ ਅਤੇ ਗਰੀਬਾਂ ਨੂੰ ਮਾਰਨਾ, ਉਹ ਤਾਂ ਉਹੀ ਗੱਲ ਹੋ ਗਈ। ਕੋਈ ਜ਼ਿਆਦਾ ਅੰਤਰ ਨਹੀਂ ਰਿਹਾ। ਬਸ ਇਹ ਹੈ ਹੁਣ ਆਪਣੇ ਕੋਲ ਆਪਣਾ ਕਨਸਟੀਟਿਊਸ਼ਨ ਹੈ ਜਿਹਦੇ ਅੱਗੇ ਮੱਥਾ ਟੇਕ ਦਿੰਦੇ ਆ, ਪਰ ਉਹਦਾ ਫੋਲੋ ਨਹੀਂ ਕਰਦੇ ਉਹਨੂੰ। ਡਾਕਟਰ ਸਾਹਿਬ ਤੁਹਾਡੇ ਤੋਂ ਮੈਂ ਇੱਕ ਹੋਰ ਸਵਾਲ ਕਰੂੰਗਾ। ਜਦੋਂ ਤੁਹਾਡੇ ਵਰਗੇ ਵੀਰ ਜਾ ਕੇ ਉੱਥੇ ਅੰਗਰੇਜ਼ੀ ਬੋਲਦੇ ਆ ਤਾਂ ਇਹ ਕਹਿੰਦੇ ਆ ਕਿ ਨਹੀਂ ਜੀ ਇਹ ਤਾਂ ਕਿਸਾਨ ਹੀ ਹੈ ਨਹੀਂ ਗੇ, ਕਿਸਾਨਾਂ ਨੂੰ ਤਾਂ ਅੰਗਰੇਜ਼ੀ ਨਹੀਂ ਆਉਂਦੀ। ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਕਿਸਾਨਾਂ ਦੇ ਜੋ ਸਾਡਾ ਯੂਥ ਹੈ, ਸਾਡੇ ਵਰਗੇ ਜੋ ਲੋਕ ਹੈ, ਉਹਨਾਂ ਨੂੰ ਅੰਗਰੇਜ਼ੀ ਇੰਨੀ ਕੁ ਆਉਂਦੀ ਹੈ। ਸਾਡਾ ਤਾਂ ਅੱਧਾ ਪੰਜਾਬ ਅੰਗਰੇਜ਼ੀ ਪੜ੍ਹ ਕੇ ਬਾਹਰਲੇ ਦੇਸ਼ਾਂ 'ਚ ਬੈਠਾ ਹੈ, ਆਈਲੈਟਸ ਕਰਕੇ ਪੜ੍ਹ ਕੇ ਬੈਠਾ ਹੈ। ਕੀ ਕਹਿਣਾ ਚਾਹੋਗੇ ਇਹੋ ਜਿਹੀ ਸਰਕਾਰ ਨੂੰ? ਹਾਂਜੀ, ਤੁਸੀਂ ਮੈਂ ਸਰਕਾਰ ਨੂੰ ਆਹ ਕਹਿਣਾ ਚਾਹੂੰਗਾ ਵੀ ਤੁਸੀਂ ਪੜ੍ਹਾਈ ਐਜੂਕੇਸ਼ਨ ਕਿਸ ਚੀਜ਼ ਲਈ ਹੁੰਦੀ ਹੈ। ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਬਜ਼ੁਰਗਾਂ ਨੂੰ ਆ ਪੁੱਛਦੇ ਆ ਜਾ ਕੇ ਵੀ ਲਾਅ ਬਾਰੇ ਸਾਨੂੰ ਦੱਸੋ ਵੀ ਕੀ ਫਾਰਮ ਲਾਅ ਆਏ ਹੈ ਨਾ ਜੀ। ਉਹਨਾਂ ਬਜ਼ੁਰਗਾਂ ਨੇ ਜੀ ਇੰਨੀਆਂ ਮਿਹਨਤਾਂ ਕਰਕੇ ਕਿਸਾਨੀ ਕਰਕੇ ਬੱਚਿਆਂ ਨੂੰ ਸਕੂਲ ਭੇਜਿਆ, ਸਕੂਲ ਭੇਜ ਕੇ ਪੜ੍ਹਾਇਆ। ਕਿਉਂ? ਵੀ ਆਪ ਉਹ ਪੜ੍ਹਾਈ ਨਹੀਂ ਕਰ ਸਕੇ ਸੀ, ਅਤੇ ਇਸ ਲਈ ਉਹਨਾਂ ਦੇ ਬੱਚਿਆਂ ਨੂੰ ਤਾਂ ਉਹਨਾਂ ਨੇ ਜੀ ਕਿਸਾਨੀ ਕਰਕੇ ਮਜ਼ਦੂਰੀ ਕਰਕੇ ਮਿਹਨਤਾਂ ਕਰਕੇ ਪੜ੍ਹਾਇਆ। ਅਤੇ ਉਹ ਕਿਉਂ ਨਾ ਸਮਝ ਸਕਣ ਜੀ? ਉਹਨਾਂ ਦੇ ਬੱਚੇ ਤਾਂ ਸਮਝਣਗੇ, ਉਹਨਾਂ ਦੇ ਬੱਚਿਆਂ ਦੇ ਬੱਚੇ ਵੀ ਸਮਝਣਗੇ, ਸਾਰੇ ਸਮਝਣਗੇ ਜੀ। ਤਾਂ ਆਹ ਗੱਲ ਮੰਨਣੀ, ਇਹਨਾਂ ਦਾ ਆਹ ਮੰਨਣਾ ਹੋ ਗਿਆ ਜੀ ਵੀ ਗਰੀਬ ਹੀ ਬੈਠੇ ਆ ਉੱਥੇ। ਆਹ ਸਰਕਾਰ ਦਾ ਮੰਨਣਾ ਹੀ ਬੜਾ ਗਲਤ ਹੈ ਜੀ ਵੀ ਇਹਨਾਂ ਨੂੰ ਪਤਾ ਨਹੀਂ। ਕਿਉਂਕਿ ਜੀ ਸਾਡੇ ਕਿਸਾਨੀ ਕਰ ਮਿਹਨਤਾਂ ਕਰ ਅਖੀਰਲਾ ਮੁੱਦਾ ਤਾਂ ਹਰ ਘਰ ਦਾ, ਹਰ ਪਰਿਵਾਰ ਦਾ, ਮਾਂ ਪਿਓ ਦਾ ਆਹੀ ਹੁੰਦਾ ਜੀ ਸਾਡਾ ਬੱਚਾ ਪੜ੍ਹੇ। ਤਾਂ ਜੀ ਸਾਡੇ ਕਿਸਾਨਾਂ ਦੇ ਬੱਚੇ ਵੀ ਪੜ੍ਹੇ ਹੈ ਜੀ, ਉਹਨਾਂ ਨੂੰ ਅੰਗਰੇਜ਼ੀ ਵੀ ਆਉਂਦੀ ਹੈ ਜੀ, ਹੋਰ ਵੀ ਭਾਸ਼ਾਵਾਂ ਆਉਂਦੀਆਂ ਜੀ, ਅਤੇ ਉਹ ਸਾਰੇ ਚੀਜ਼ਾਂ ਨੂੰ ਸਮਝਣ 'ਚ ਪੂਰੇ ਕਾਬਿਲ ਨੇ ਜੀ। ਇੱਥੇ ਜਾਂ ਫਿਰ ਉਹ ਬੀਜੇਪੀ ਸਰਕਾਰ ਨੂੰ ਮੈਂ ਇਹ ਕਹਿਣਾ ਚਾਹੂੰਗਾ ਕਿ ਜਾਂ ਤਾਂ ਫਿਰ ਉਹ ਇਹ ਮੰਨ ਲੈਣ ਕਿ ਉਹਨਾਂ ਦੇ ਦੇਸ਼ ਦੀ ਜਿਹੜੀ ਪੜ੍ਹਾਈ ਹੈ ਉਹ ਐਡੇ ਲੋ ਲੈਵਲ ਦੀ ਹੈ ਕਿ ਉਹ ਅੰਗਰੇਜ਼ੀ ਪੜ੍ਹ ਹੀ ਨਹੀਂ ਸਕਦੀ ਗੀ, ਅਤੇ ਜਾਂ ਫਿਰ ਉਹ ਇਹ ਮੰਨ ਲੈਣ ਕਿ ਜਿਹੜੇ ਕਿਸਾਨਾਂ ਦੇ ਜਵਾਕ ਇੱਥੇ ਆ ਕੇ ਅੰਗਰੇਜ਼ੀ ਬੋਲਦੇ ਆ ਉਹ ਕਿਸਾਨ ਹੀ ਨੇ। ਜੀ ਆਪਾਂ ਗੱਲ ਕਰਦੇ ਵੀ ਆਪਣੇ ਬ੍ਰਿਟਿਸ਼ਰਸ ਅੰਗਰੇਜ਼ ਸਹੀ ਸੀ ਕਿ ਮੈਂ ਤਾਂ ਕਹਿੰਦਾ ਜੀ ਵੀ ਹਮੇਸ਼ਾ ਜੋ ਅੱਜ ਦੀ ਗੱਲ ਹੁੰਦੀ ਹੈ ਜੀ ਆਪਾਂ ਉਹ ਤੋਂ ਅਗਲੇ ਕੱਲ੍ਹ ਵਧੀਆ ਕੱਲ੍ਹ ਲਈ ਉਮੀਦ ਕਰਦੇ ਹਾਂ ਜੀ। ਆਹੀ ਜੇ ਮੋਦੀ ਸਰਕਾਰ ਆ ਨਾ ਕਰਦੀ ਸਾਰਾ ਕੁਛ ਤੇ ਸਾਨੂੰ ਕੋਈ ਦਿੱਕਤ ਨਹੀਂ ਹੋਣੀ ਸੀ ਜੀ। ਆਹੀ ਜੇ ਬ੍ਰਿਟਿਸ਼ ਸਰਕਾਰ ਵੀ ਆ ਕੇ ਸਾਡੇ ਭਲੇ ਲਈ ਸਾਡੇ ਲਈ ਕਰਦੀ ਤੇ ਸਾਨੂੰ ਕੋਈ ਦਿੱਕਤ ਨਹੀਂ ਹੋਣੀ। ਦੋਨਾਂ ਨੇ ਡਿਕਟੇਟਰਸ਼ਿਪ ਵਿਖਾਈ ਜੀ ਤੇ ਉਹਦਾ ਉਹਨਾਂ ਨੂੰ ਵੇਖਣਾ ਹੀ ਪਿਆ। ਜਦੋਂ ਤੱਕ ਪੜ੍ਹਾਈ ਦੀ ਗੱਲ ਹੈ ਬਿਲਕੁਲ, ਜੇ ਇਹਨਾਂ ਨੂੰ ਆਹ ਲੱਗਦਾ ਵੀ ਅਸੀਂ ਬਿਲ ਸਮਝ ਹੀ ਨਹੀਂ ਸਕਦੇ ਤਾਂ ਇਹਦਾ ਮਤਲਬ ਆ ਮੰਨ ਰਹੇ ਹੈ ਵੀ ਇਹਨਾਂ ਨੇ ਦੇਸ਼ 'ਚ ਪੜ੍ਹਾਈ ਦਾ ਲੈਵਲ ਆਹ ਕਰ ਰੱਖਿਆ ਵੀ ਸਾਨੂੰ ਉਹਦੀ ਪੜ੍ਹਾਈ ਦਾ ਸਮਝ ਹੀ ਨਹੀਂ ਆ ਸਕਦੀ ਜੀ। ਇਹ ਸਰਕਾਰ ਦੀਆਂ ਫੇਲ ਨੀਤੀਆਂ ਨੇ ਐਜੂਕੇਸ਼ਨ ਵਾਲੀ। ਜਿਹੜੇ ਆਪਣੇ ਹੁਣ ਐਜੂਕੇਸ਼ਨ ਵੀ ਤਾਂ ਇਹਨਾਂ ਨੇ ਕਾਰਪੋਰੇਟ ਕਰਤੀ, ਪ੍ਰਾਈਵੇਟ ਕਰਤੀ। ਜਦੋਂ ਦੀ ਐਜੂਕੇਸ਼ਨ ਪ੍ਰਾਈਵੇਟ ਕਰਤੀ ਗਰੀਬ ਦੇ ਬੱਚਾ ਪੜ੍ਹ ਨਹੀਂ ਸਕਦਾ। ਆਮ ਜਿਹੜੇ ਗੌਰਮੈਂਟ ਸਕੂਲ ਆ ਉਹਨਾਂ ਦਾ ਲੈਵਲ ਘਟੀ ਜਾਂਦਾ ਹੈ ਅਤੇ ਪ੍ਰਾਈਵੇਟ ਸਕੂਲਾਂ ਦੀ ਫੀਸ ਵਧੀ ਜਾਂਦੀ ਹੈ ਅਤੇ ਬੱਚਿਆਂ ਦਾ ਜਿਹੜਾ ਐਜੂਕੇਸ਼ਨ ਲੈਵਲ ਹੈ ਉਹ ਇੱਕ ਸਤਰ 'ਤੇ ਬਹੁਤ ਗਿਰ ਚੁੱਕਿਆ। ਇਹ ਉਹ ਕਰਨਾ ਚਾਹੁੰਦੇ ਆ। ਇਹਨਾਂ ਦੀ ਇੱਕ ਮਤਲਬ ਇਹਨਾਂ ਦਾ ਇੱਕ ਬੈਡ ਸਾਈਡ ਹੈ। ਮਤਲਬ ਆਪ ਹੀ ਉਹ ਕਹਿੰਦੇ ਵੀ ਸਮਝ ਨਹੀਂ ਸਕਦੇ ਕਿ ਕਿਸਾਨ ਕਿਉਂ ਸਮਝਣਗੇ ਵੀ ਕਿਸਾਨ ਅਸੀਂ ਤਾਂ ਉਹਨਾਂ ਨੂੰ ਪੜ੍ਹਨ ਦੀ ਨਹੀਂ ਦਿੱਤਾ। ਉਹ ਚਾਹੁੰਦੇ ਆ ਵੀ ਤੁਸੀਂ ਨਾ ਪੜ੍ਹੋ। ਉਹ ਵੀ ਸ਼ਹਿਰਾਂ ਦੇ ਲੋਕ
ਜਿਵੇਂ ਟੀਵੀ ਤੇ ਦੇਖ ਲੈਂਦੇ ਉਹ ਸਮਝਦੇ ਵੀ ਕਿਸਾਨ ਐਵੇਂ ਆ, ਪਰ ਕਿਸਾਨ ਉਹਨਾਂ ਵਰਗਾ ਹੀ ਹੈ, ਕੋਈ ਜ਼ਿਆਦਾ ਫਰਕ ਨਹੀਂ ਗਾ। ਉਹ ਪੈਂਟ ਜੀਨ ਪਾ ਲੈਂਦਾ, ਉਹ ਟੀਵੀ ਤੇ ਬੜੀ ਹੈਰਾਨੀ ਹੋਈ ਕਿਸਾਨ ਪੀਜ਼ਾ ਖਾ ਰਿਹਾ, ਕਿਸਾਨ ਦੇ ਜੀਨ ਪਾਈ ਹੈ, ਆਪ ਕੈਸੇ ਕਿਸਾਨ ਹੋ ਗਏ, ਬੜੀ ਹੈਰਾਨੀ ਹੋਈ ਦੇਖ ਕੇ, ਕਿਉਂਕਿ ਆਪਾਂ ਵੀ ਤਾਂ ਵੀ ਉਹੀ ਦੇਸ਼ 'ਚ ਰਹਿ ਰਹੇ ਹਾਂ, ਉਹੀ ਚੀਜ਼ਾਂ ਵਰਤ ਰਹੇ ਹਾਂ। ਵੀ ਕੰਮ ਸਿਰਫ ਕੰਮ ਧੰਦੇ ਦਾ ਹੀ ਫਰਕ ਹੈ, ਕੋਈ ਇਹ ਕਿਸਾਨ ਕੋਈ ਅੱਡ ਤੋਂ ਵੀ ਤਾਂ ਹੋਰੋਂ ਤਾਂ ਨਹੀਂ ਆਇਆ, ਕੋਈ ਬਾਹਲਾ ਬੈਕਵਰਡ ਕੋਈ ਆਪਾਂ 1910 ਤਾਂ ਥੋੜ੍ਹੀ ਹੈ ਨਹੀਂ ਗਏ ਹੁਣ। ਪਰ ਇਹ ਤਾਂ ਇਹਨਾਂ ਨੂੰ ਸਮਝਣਾ ਚਾਹੀਦਾ, ਜੇ ਤੁਸੀਂ ਸੋਚਦੇ ਹੋ ਵੀ ਕਿਸਾਨ ਮਤਲਬ ਕਿਸਾਨ ਪੜ੍ਹਿਆ ਨਹੀਂ ਹੋਣਾ, ਜਿਹਨੂੰ ਸਮਝ ਨਹੀਂ ਆਉਂਦੀ, ਇਹ ਤੁਹਾਡੀ ਫੇਲ ਨੀਤੀਆਂ ਦੇ ਕਾਰਨ ਹੈ। ਪਰ ਇਹ ਉਹਨਾਂ ਦੀ ਗਲਤਫਹਿਮੀ ਹੈ। ਕਿਸਾਨ ਪੜ੍ਹਿਆ ਹੈ, ਕਿਸਾਨ ਜਾਗਰੂਕ ਹੈ, ਕਿਸਾਨ ਅੰਦੋਲਨ ਕਰ ਰਿਹਾ ਹੈ, ਇਹ ਇਹਨਾਂ ਦੀ प्रोपगंडा का हिस्सा बन गया। निकलो घरों मकानों से, निकलो घरों मकानों से, जंग लड़ो बेईमानों से, कल लड़े थे गोरों से, आ लड़ो चोरों से। निकलो घरों ਬੜਾ ਵਧੀਆ ਭਾਈ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਅਸੀਂ ਮੌਜੂਦ ਹਾਂ ਤੁਹਾਡੇ ਨਾਲ ਕੈਮਰਾਮੈਨ ਮਨਪ੍ਰੀਤ ਸਿੰਘ ਦੇ ਨਾਲ, ਬਲਕਰਨ ਸਿੰਘ ਮੰਡੀ ਢਾਬਾ।